ਵਿਜ਼ਨ ਪੰਜਾਬ ਟੀ ਦੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਲਓ ਜੀ, ਗੁਰਦੁਆਰਾ ਚੋਣ ਕਮਿਸ਼ਨ ਦੇ ਲਈ ਨਵੇਂ ਅਧਿਕਾਰੀ ਤਾਇਨਾਤ ਕਰ ਦਿੱਤੇ ਨੇ ਤੇ ਉਹਦੇ ਨਾਲ ਇਹ ਚਰਚਾ ਛਿੜ ਗਈ ਹੈ ਕਿ ਲਓ ਜੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ, ਕਿਸੇ ਵੀ ਸਮੇਂ ਮਤਲਬ ਅਗਲੇ ਬਾਰੇ 'ਚ ਹੀ ਹੋਣਗੀਆਂ, ਪਰ ਉਹਦੀ ਤਿਆਰੀ ਹੁਣ ਤੋਂ ਸ਼ੁਰੂ ਹੋਣੀ ਹੈ। ਧਿਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ, ਖਾਸ ਕਰ ਜਿਹੜੀ ਮੌਜੂਦਾ ਕਬਜ਼ਾਧਾਰੀ ਧਿਰ ਆ ਉਹਦੇ ਲਈ ਤਾਂ ਚਿੰਤਾ ਹੈ ਹੀ ਆ। ਸੋ ਉਸ ਹਵਾਲੇ ਨਾਲ ਜਿਹੜੀ ਚਰਚਾ ਹੋਣੀ ਬਣਦੀ ਹੈ ਉੱਥੇ ਕਿਸਾਨ ਅੰਦੋਲਨ ਸਿਖਰਾਂ 'ਤੇ ਆ। ਗਾਇਕ ਕਲਾਕਾਰ ਉਹਨਾਂ ਦੇ ਨਾਲ ਆ ਖਲੋਤੇ ਨੇ, ਜਿਹੜੇ ਵੱਖਰੇ ਤੰਬੂ ਟੈਂਟ ਲਾ ਕੇ ਬੈਠੇ ਸੀ ਉਹਨਾਂ ਦੇ ਬਾਈਕਾਟ ਦੀ ਗੱਲ ਸ਼ੁਰੂ ਹੋ ਗਈ ਹੈ ਤੇ ਜਿਹੜੇ ਇਹਨਾਂ ਦੇ ਨਾਲ ਆ ਗਏ ਨੇ ਉਹਨਾਂ ਦੇ ਸਵਾਗਤ ਦੀ ਗੱਲ ਸ਼ੁਰੂ ਹੋ ਗਈ ਹੈ। ਸੋ ਕੱਲ੍ਹ ਰਲਮੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ, ਜਿਹਦੇ ਵਿੱਚ 30 ਕਿਸਾਨ ਜਥੇਬੰਦੀਆਂ, ਹੁਣ 31 ਨਹੀਂ 30 ਕਿਸਾਨ ਜਥੇਬੰਦੀਆਂ, ਕਿਉਂਕਿ ਲੱਖੋਵਾਲ ਹੋਰੀ ਬਾਹਰ ਨੇ, ਉਹਦੀ ਵੀ ਚਰਚਾ ਹੋਣੀ ਬਣਦੀ ਹੈ ਕਿ ਕਿਉਂ ਉਹ ਬਾਹਰ ਗਏ ਤੇ ਕਿਵੇਂ ਉਹਦੀ ਵਾਪਸੀ ਦਾ ਰਾਹ ਜੇ ਬਚਿਆ। ਪਰ ਇਹ ਸਭ ਦੇ ਦਰਮਿਆਨ ਕੇਂਦਰ ਨੂੰ ਵੀ ਭੰਡਣ ਲਈ ਤਿਆਰੀ ਕਰ ਲਈ ਕਿ ਕੇਂਦਰ ਦੇ ਸੱਦੇ ਪ੍ਰਵਾਨ ਨਹੀਂ, ਤੇ ਕੈਪਟਨ ਅਮਰਿੰਦਰ ਨੂੰ ਵੀ ਕਿਸਾਨ ਜਥੇਬੰਦੀਆਂ ਦਾ ਅਲਟੀਮੇਟਮ। ਪਰ ਇਹ ਸਭ ਦੇ ਦਰਮਿਆਨ ਇਹ ਕਹਿਣਾ ਕਿ ਸਾਡੇ ਪ੍ਰਦਰਸ਼ਨ ਜਾਰੀ ਰਹਿਣਗੇ, ਰੇਲਾਂ ਰੋਕ ਕੇ ਰੱਖਾਂਗੇ, ਟੋਲ ਪਲਾਜ਼ੇ ਰੋਕ ਕੇ ਰੱਖਾਂਗੇ, 에ਅਰਲਾਈਨਸ ਦੇ ਪੰਪ ਰੋਕ ਕੇ ਰੱਖਾਂਗੇ, ਮਾਲ ਘੇਰਾਂਗੇ ਤੇ ਲੋੜ ਪਈ ਤਾਂ ਸੜਕ ਆਵਾਜਾਈ ਵੀ ਬੰਦ ਕਰਾਂਗੇ ਤੇ ਬੀਜੇਪੀ ਦੇ ਲੀਡਰਾਂ ਦੇ ਨਾਲ ਕਾਂਗਰਸੀ ਲੀਡਰਾਂ ਦੇ ਘਰ ਘੇਰਾਂਗੇ। ਪਰ ਕਿਸਾਨ ਜਥੇਬੰਦੀਆਂ ਜਿੱਥੇ ਇਹ ਐਲਾਨ ਕਰ ਰਹੀਆਂ ਨੇ ਕਿ ਅਸੀਂ ਬੰਦ ਕਰਦੇ ਰਹਾਂਗੇ, ਅਸੀਂ ਰੋਕਾਂ ਲਾਉਂਦੇ ਰਹਾਂਗੇ, ਅਸੀਂ ਪ੍ਰਦਰਸ਼ਨ ਕਰਦੇ ਰਹਾਂਗੇ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ, ਉਸ ਦੌਰਾਨ ਸੁਪਰੀਮ ਕੋਰਟ ਸ਼ਾਹੀਨ ਬਾਗ ਦੇ ਹਵਾਲੇ ਨਾਲ ਆਖਦੀ ਹੈ ਕਿ ਸੜਕਾਂ ਰੋਕਣੀਆਂ ਨਹੀਂ, ਜਨਤਕ ਥਾਵਾਂ 'ਤੇ ਪ੍ਰਦਰਸ਼ਨ ਨਹੀਂ, ਜੇ ਕਰਦੇ ਨੇ ਤਾਂ ਪੁਲਿਸ ਤੇ ਪ੍ਰਸ਼ਾਸਨ ਆਪੇ ਨਜਿੱਠ ਲਵੇ, ਸਾਡੇ ਕੋਲ ਵੀ ਆਉਣ ਦੀ ਲੋੜ ਨਹੀਂ। ਇਹਦੇ ਕੀ ਮਾਇਨੇ ਨੇ? ਸੁਪਰੀਮ ਕੋਰਟ ਸ਼ਾਹੀਨ ਬਾਗ ਦੇ ਹਵਾਲੇ ਨਾਲ ਕੀ ਦੇਸ਼ ਭਰ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ ਕਿ ਉਸ ਨੂੰ ਖੇਰੂ ਕਰਨ ਲਈ ਪੁਲਿਸ ਤੇ ਪ੍ਰਸ਼ਾਸਨ ਨੂੰ ਅਧਿਕਾਰ ਦੇ ਰਹੀ ਹੈ? ਇਹਦੇ ਕੀ ਮਾਇਨੇ ਨੇ? ਇਹ ਵੀ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਹਰ ਪਹਿਲੂ ਦੇ ਉੱਤੇ ਆਪਣੀ ਨਜ਼ਰ ਰੱਖਣ ਵਾਲੇ, ਹਰ ਪਹਿਲੂ ਨੂੰ ਘੋਖਣ ਵਾਲੇ ਸਾਡੇ ਮਾਹਰ ਮਹਿਮਾਨ, ਸਤਿਕਾਰਤ ਮਹਿਮਾਨ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ ਸਵਾਗਤ ਕਰਦਾ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਮੈਂ ਇਸੇ ਮਸਲੇ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ ਕਿ ਆਪਾਂ ਕਹਿੰਦੇ ਕਿ ਪ੍ਰਦਰਸ਼ਨ ਕਰਨਾ, ਸਰਕਾਰ ਮੂਹਰੇ ਆਪਣਾ ਰੋਸ ਵਿਖਾਵਾ ਕਰਨਾ, ਇਹ ਜਮਹੂਰੀ ਹੱਕ ਹੈ, ਸਾਡਾ ਸੰਵਿਧਾਨਕ ਹੱਕ ਹੈ। ਸੁਪਰੀਮ ਕੋਰਟ ਕਹਿੰਦੀ ਇਹ ਹੱਕ ਤਾਂ ਹੈਗਾ ਤੁਹਾਨੂੰ ਪ੍ਰਦਰਸ਼ਨ ਕਰਨ ਦਾ, ਪਰ ਤੁਸੀਂ ਸੜਕ 'ਤੇ ਨਹੀਂ ਕਰ ਸਕਦੇ, ਤੁਸੀਂ ਆਵਾਜਾਈ ਨਹੀਂ ਰੋਕ ਸਕਦੇ, ਤੁਸੀਂ ਜਨਤਕ ਥਾਂ 'ਤੇ ਨਹੀਂ ਕਰ ਸਕਦੇ। ਇੱਕ ਤੈਅ ਥਾਂ ਮਿਲੇਗੀ, ਉੱਥੇ ਹੀ ਕਰੋ, ਤੇ ਜੇ ਉਹ ਤੋਂ ਬਾਹਰ ਕਰਦੇ ਹੋ ਤਾਂ ਫਿਰ ਪੁਲਿਸ ਨੂੰ ਕਹਿੰਦੇ, ਪ੍ਰਸ਼ਾਸਨ ਨੂੰ ਕਹਿੰਦੇ ਸਾਡੇ ਕੋਲ ਨਾ ਆਓ, ਤੁਸੀਂ ਆਪੇ ਨਜਿੱਠ ਲਓ, ਮਤਲਬ ਆਪੇ ਡਾਂਗ ਚਲਾਓ, ਆਪੇ ਪਾਣੀ ਮਾਰੋ, ਸਾਨੂੰ ਨਾ ਵਿਚਲੋ। ਉਹ ਸ਼ਾਹੀਨ ਬਾਗ ਦੇ ਹਵਾਲੇ ਨਾਲ ਕੀਤਾ ਫੈਸਲਾ ਕੀ ਤੁਹਾਨੂੰ ਲੱਗਦਾ ਕਿ ਸਾਰੇ ਦੇਸ਼ ਦੇ ਪ੍ਰਦਰਸ਼ਨਾਂ ਦੇ ਉੱਤੇ ਮਾਰ ਪਾਏਗਾ? ਬਿਲਕੁਲ ਦੀਪਕ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹ ਤੇ ਸਾਰੇ ਦੇਸ਼ ਦਾ ਕਾਨੂੰਨ ਮੰਨਿਆ ਜਾਂਦਾ। ਇਸ ਲਈ ਜਿੱਥੇ ਵੀ ਕੋਈ ਜਨਤਕ ਪ੍ਰਦਰਸ਼ਨ ਹੁੰਦੇ ਆ, ਨਵੇਂ ਕਾਨੂੰਨ ਵੀ ਆ ਰਹੇ ਆ। ਤੁਹਾਨੂੰ ਪਤਾ ਕਿ ਪੰਜਾਬ ਵਾਲਿਆਂ ਨੇ ਵੀ ਇੱਕ ਪਿੱਛੇ ਜੇ ਪ੍ਰਾਪਰਟੀ ਨੂੰ ਰਿਕਵਰ ਕਰਨ ਦਾ, ਜੇ ਕੋਈ ਮਾਰੂਗਾ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਨੂੰ, ਤੋੜੂ ਕੋਈ ਵੀ ਪ੍ਰਾਪਰਟੀ ਨੂੰ, ਤਾਂ ਉਹ ਮਜਾਰਾਕਾਰੀ ਜਿਹੜੇ ਹੋਣਗੇ ਉਹਦੇ ਤੋਂ ਪ੍ਰਾਪਰਟੀ ਰਿਕਵਰ ਕੀਤੀ ਜਾਊਗੀ। ਇਸ ਕਿਸਮ ਦਾ ਵੀ ਇੱਥੇ ਇਹਨਾਂ ਨੇ ਐਕਟ ਕੋਈ ਪਾਸ ਕੀਤਾ ਸੀ, ਭਾਵੇਂ ਉਹ ਪ੍ਰੈਕਟੀਕਲੀ ਨਾ ਤਾਂ ਕੋਈ ਰੋਜ਼ ਪ੍ਰਾਪਰਟੀ ਤੋੜਨ ਲੱਗੇ ਹੋਏ ਆ, ਨਾ ਕੋਈ ਉਹਦੇ 'ਚੋਂ ਕੋਈ ਛੇਤੀ ਰਿਕਵਰ ਕਰਨਾ ਸੌਖਾ ਹੁੰਦਾ ਹੈ। ਉਹਨਾਂ ਕਾਨੂੰਨਾਂ ਦੀ ਵੀ ਬਹੁਤ ਵਿਰੋਧਤਾ ਹੋਈ ਸੀ। ਪਰ ਜਿਹੜਾ ਅੱਜ ਸੁਪਰੀਮ ਕੋਰਟ ਨੇ ਇਹੋ ਜਿਹਾ ਆਰਡਰ ਕੀਤਾ, ਇਹ ਬੜਾ ਹੀ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਵਾਲਾ ਕਾਨੂੰਨ ਹੈਗਾ। ਇਹ ਕਹਿ ਰਿਹਾ ਕਿ ਜਨਤਕ ਜਗ੍ਹਾ ਦੇ ਉੱਤੇ ਜਨਤਾ ਆਪਣਾ ਨਹੀਂ ਕਰ ਸਕਦੀ। ਪਹਿਲਾਂ ਇਹਨਾਂ ਨੂੰ ਸੁਪਰੀਮ ਕੋਰਟ ਨੂੰ ਇਹ ਪੁੱਛੇ ਕਿ ਇਹ ਦੇਸ਼ ਜੱਜਾਂ ਦਾ ਤੇ ਪੋਲੀਟੀਸ਼ੀਅਨਾਂ ਦਾ, ਜਾਂ ਇਹ ਦੇਸ਼ ਲੋਕਾਂ ਦਾ, ਜਿਹੜੇ ਇਸ ਦੇਸ਼ ਨੂੰ ਰੋਜ਼ ਮਿਹਨਤ, ਇਹਨਾਂ ਹੱਥਾਂ ਦੀ ਮਿਹਨਤ ਦੇ ਨਾਲ ਸਵਾਰਦੇ ਆ, ਚਲਾਉਂਦੇ ਆ, ਇਹਦੇ ਵਿੱਚ ਰੁਜ਼ਗਾਰ ਪੈਦਾ ਕਰਦੇ ਆ, ਮਿਹਨਤ ਖੁਦ, ਜਾਣੀ ਇਸ ਦੇਸ਼ ਨੂੰ ਪੂਰਾ ਚਲਾਉਣ ਵਾਲਾ ਕੌਣ ਆ? ਉਹ ਮਿਹਨਤ ਕਾਚ ਆ, ਭਾਵੇਂ ਕਿਸਾਨ ਆ, ਭਾਵੇਂ ਮਜ਼ਦੂਰ ਆ, ਭਾਵੇਂ ਐਮਪਲਾਈ ਆ। ਤੁਸੀਂ ਉਹਨਾਂ ਦੀ ਕੋਈ ਦੁੱਖ ਤਕਲੀਫ ਹੋਵੇ, ਤੁਸੀਂ ਕਹਿੰਦੇ ਕਿ ਅਸੀਂ ਤੁਹਾਨੂੰ ਕੁੱਟਾਂਗੇ ਵੀ ਅਸੀਂ ਰੋਣ ਨਹੀਂ ਦੇਣਾ। ਜੇ ਰੋਣਾ ਤੇ ਉਹ ਨੁੱਕਰੇ ਲਾ ਕੇ ਹਨੇਰੇ ਜੇ ਰੋ, ਤੁਹਾਨੂੰ ਕੋਈ ਦਿਖੇ ਨਾ। ਕਿਆ ਇਹ ਕਾਨੂੰਨ ਹੈ? ਔਰ ਇੰਨੀ ਹਿੰਮਤ ਦੇਣੀ ਪੁਲਿਸ ਨੂੰ ਔਰ ਪੋਲੀਟੀਸ਼ੀਅਨਾਂ ਨੂੰ ਕਿ ਤੁਸੀਂ ਇੰਨੀ ਸਾਡੀ ਇੰਤਜ਼ਾਰ ਕਰਦੇ ਕਿਉਂ ਆ? ਸਾਨੂੰ ਕਿਉਂ ਤੁਸੀਂ ਵਿੱਚ ਲਿਆਉਂਦੇ ਆ? ਤੁਸੀਂ ਸਾਡੇ ਬਿਨਾਂ ਪੁੱਛਿਆ ਡੰਡੇ ਚਲਾਓ ਔਰ ਉਹਨਾਂ ਨੂੰ ਬਾਹਰ ਕਰੋ। ਹਾਂ, ਕਹਿੰਦੇ ਸਾਡੇ ਮੋਢੇ ਰੱਖ ਕੇ ਬੰਦੂਕ ਨਾ ਚਲਾਓ, ਆਪ ਹੀ ਕਰੀਓ, ਆਪ ਹੀ ਕਰੋ, ਹਟਾਓ ਉਹਨਾਂ ਨੂੰ ਉੱਥੋਂ। ਬਿਲਕੁਲ ਤੁਸੀਂ ਆਪ ਉਹਨਾਂ ਦਾ ਜਿਹੜਾ ਇੰਤਜ਼ਾਮ ਕਰੋ ਔਰ ਛੇਤੀ ਜਿੱਥੇ ਵੀ ਕੋਈ ਤੁਹਾਨੂੰ ਲੱਗਦਾ ਉਹਨਾਂ ਦੀ ਮੰਜੀ ਠੋਕੋ, ਡੰਡੇ ਚਲਾਓ, ਜੋ ਹਰਿਆਣੇ 'ਚ ਕੱਲ੍ਹ ਉਹਨਾਂ ਨੇ ਕੀਤਾ। ਤੁਹਾਨੂੰ ਯਾਦ ਹੋਣਾ ਕਿ ਇਹੀ ਕੋਰਟਾਂ ਜਿਹੜੀਆਂ ਆ ਆਪਣੀ ਸੁੱਖ ਸੁਵਿਧਾ ਲਈ ਕਿਵੇਂ ਰਾਜਨੀਤਿਕ ਲੋਕਾਂ ਦਾ ਜਾਂ ਗਵਰਨਮੈਂਟ ਦਾ ਇੱਕ ਸਟੂਜ ਬਣਦੀਆਂ ਜਾ ਰਹੀਆਂ। ਪਹਿਲਾਂ, ਅੱਜ ਤੋਂ ਮੈਂ ਇੱਥੇ ਦੀ ਗੱਲ ਕਰਦਾ ਚੰਡੀਗੜ੍ਹ ਦੀ, ਤੁਸੀਂ ਵਿਧਾਨ ਸਭਾ ਤੱਕ ਜਲੂਸ ਲਿਜਾ ਸਕਦੇ ਸੀ, ਮਜ਼ਾਰੇ ਮੈਂ ਖੁਦ ਜਾਂਦਾ ਰਿਹਾ। ਫਿਰ ਉਹ ਮਟਕਾ ਚੌਂਕ ਤੱਕ ਆ ਕੇ ਰੁਕਣ ਲੱਗ ਗਏ। ਫਿਰ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਨਹੀਂ ਉੱਥੇ ਜੀ ਆਹ ਹੋ ਗਿਆ, ਉਦੋਂ ਬਲਾਸਟ ਹੋ ਗਿਆ ਸੀਗਾ,
ਤੇ ਉਹਦੇ ਚੀਫ ਮਿਨਿਸਟਰ ਦੇ ਮਰਨ ਬੇਅੰਤ ਸਿੰਘ ਵਾਲੇ time ਹਾਂ ਬੇਅੰਤ ਸਿੰਘ ਦੇ ਟਾਈਮ ਤੇ ਫਿਰ ਇਹਨਾਂ ਨੇ ਕਹਿਤਾ ਜੀ ਨਹੀਂ ਮਟਕਾ ਚੌਂਕ ਤੱਕ ਰੋਕ ਦਿਓ। ਉੱਥੇ ਨਹੀਂ। ਮਟਕਾ ਚੌਂਕ ਤੇ ਕਾਫੀ ਰੌਣਕਾਂ ਲੱਗਦੀਆਂ ਰਹੀਆਂ, ਉੱਥੇ ਪਾਣੀ ਹੈਗਾ ਸੀਗਾ, ਸਿੰਬਲ ਬਣ ਗਿਆ ਸੀ ਪੰਜਾਬ ਭਰ ਦੇ ਵਿੱਚ, ਦੇਸ਼ ਭਰ 'ਚ ਮਟਕਾ ਚੌਂਕ ਰੋਸ ਪ੍ਰਦਰਸ਼ਨ ਦਾ। ਬਿਲਕੁਲ ਰੋਜ਼ ਗਾਰਡਨ ਦੇ ਵਿੱਚ ਨਹਾਉਣ ਲਈ ਕਿਸਾਨਾਂ ਦਾ ਮੈਨੂੰ ਪਤਾ ਇੱਕ ਵਾਰੀ ਮੁਜ਼ਾਹਰਾ ਹੋਇਆ ਸੀ, ਉਹ ਪਾਣੀ ਹੁੰਦਾ ਫੁਹਾਰਿਆਂ ਲਈ, ਉਹਨਾਂ ਨੂੰ ਨਹਾ ਨੂੰ ਕੇ ਆਪਣਾ ਕੰਮ ਚੱਲਦਾ ਸੀ ਉੱਥੇ ਲੰਗਰ। ਪਰ ਉਹ ਬੜੀ ਕਰੂਸ਼ੀਅਲ ਜਗ੍ਹਾ ਸੀ ਜਿੱਥੋਂ ਸਾਰੇ ਚੰਡੀਗੜ੍ਹ ਨੂੰ, ਸਾਰੇ ਹਿਮਾਚਲ ਨੂੰ, ਉਧਰੋਂ ਗੱਡੀਆਂ ਆਉਂਦੀਆਂ ਜਾਂਦੀਆਂ, ਹਰਿਆਣੇ ਵਾਲਿਆਂ ਨੂੰ ਵੀ ਪਤਾ ਲੱਗਦਾ ਸੀ ਕਿ ਇੱਥੇ ਭਈ ਕੋਈ ਹੋਇਆ ਕਿਸੇ ਦੀ ਦੁੱਖ ਤਕਲੀਫ ਆ, ਲੋਕ ਰੌਲਾ ਪਾ ਰਹੇ ਆ, ਇਹਨਾਂ ਦੀ ਦੁੱਖ ਤਕਲੀਫ ਦਾ ਕੋਈ ਹੱਲ ਹੋਣਾ ਚਾਹੀਦਾ। ਫਿਰ ਕਿਉਂਕਿ ਉਧਰ ਨੂੰ ਪੋਲੀਟੀਸ਼ੀਅਨ ਜਾਂਦੇ ਆ, ਕਿਉਂਕਿ ਰੋਜ਼ ਹਾਈ ਕੋਰਟ ਦਾ ਰਸਤਾ ਜੱਜਾਂ ਦਾ ਉਹ ਸੀ, ਉੱਥੋਂ ਬੰਦ ਕਰਾ ਕੇ ਇੱਕ ਸਪੈਸ਼ਲ ਜਗ੍ਹਾ ਅਲੱਗ ਕਰਤੀ 25 ਸੈਕਟਰ ਜਗ੍ਹਾ ਉਹ ਜਿੱਥੇ ਕਿਸੇ ਨੂੰ ਕੋਈ ਅਸਰੇ ਨਹੀਂ। ਨਹੀਂ ਉਹ ਤੇ ਕ੍ਰੀਮੇਸ਼ਨ ਗਰਾਊਂਡ ਦੇ ਨਾਲ ਲੋਕਾਂ ਦੇ ਪ੍ਰੋਟੈਸਟ ਨੂੰ ਵੀ ਉੱਥੇ ਹੀ ਕ੍ਰੀਮੇਟ ਕਰਤਾ, ਸਾੜ ਦਿੱਤਾ। ਤੇ ਉਸ ਤਰ੍ਹਾਂ ਹੀ ਜਿਵੇਂ ਡੈੱਡ ਬਾਡੀ ਨੂੰ ਤੁਸੀਂ ਨਾਲ ਉੱਥੇ ਕਰਦੇ ਕ੍ਰੀਮੇਟ ਕਰਦੇ। ਇਸ ਲਈ ਦੀਪਕ ਜੀ ਇਹ ਜਿਹੜੀ ਅਪਰੋਚ ਆ, ਅਸੀਂ ਵਿਰੋਧਤਾ ਕੀਤੀ ਸੀਗੀ ਇਸ ਗੱਲ ਦੀ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ। ਇਹ ਕੋਈ ਡੈਜ਼ਿਗਨੇਟਡ ਜਗ੍ਹਾ ਤੇ ਕਿਸੇ ਦਾ ਦੁੱਖ ਤਕਲੀਫ ਜੋ ਪ੍ਰੋਟੈਸਟ ਆ ਉਹ ਤੇ ਲੋਕਾਂ ਨੂੰ ਦੱਸਣ ਲਈ ਕਰ ਰਿਹਾ ਕਿ ਮੇਰੇ ਨਾਲ ਤਕਲੀਫ ਹੈ, ਵੀ ਪਬਲਿਕਲੀ ਜਿੰਨਾ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਦੁੱਖ ਦੱਸ ਸਕੇ। ਤੁਸੀਂ ਕਹਿੰਦੇ ਆ ਕਿਤੇ ਦੂਰ ਜਾ ਕੇ ਜੰਗਲ 'ਚ ਕਰੋ ਜਿੱਥੇ ਤੁਹਾਨੂੰ ਕੋਈ ਦੇਖੇ ਨਾ, ਜਿੱਥੇ ਅਸੀਂ ਦਵਾਂਗੇ ਕਹਿੰਦੇ। ਇਹ ਪ੍ਰੋਟੈਸਟ ਨਹੀਂ ਹੈ। ਪ੍ਰੋਟੈਸਟਾਂ ਦੀ ਸਪਿਰਿਟ ਨੂੰ ਖਤਮ ਕਰਨਾ, ਉਹਦੀ ਭਾਵਨਾ ਨੂੰ ਖਤਮ ਕਰਨਾ, ਉਸ ਦੇ ਜੋ ਮੁੱਦੇ ਹੈ ਜਾਂ ਆਮ ਲੋਕਾਂ ਦੀ ਤਕਲੀਫ ਹੈ ਉਸ ਨੂੰ ਰਾਦਰ ਇਹ ਕਹਿਣਾ ਕਿ ਇਹ ਲੋਕ ਗਲਤ ਆ, ਪੁਲਿਸ ਵਾਲਿਆਂ ਨੂੰ ਡੰਡੇ ਮਾਰਨੇ ਚਾਹੀਦੇ ਆ ਔਰ ਇਹਨਾਂ ਨੂੰ ਆਪਣਾ ਦੱਸਣਾ ਚਾਹੀਦਾ ਕਿ ਤੁਸੀਂ ਆਮ ਲੋਕ ਆ, ਅਸੀਂ ਖਾਸ ਲੋਕ ਆ। ਇਹ ਫੈਸਲਾ ਤੁਸੀਂ ਦੁਨੀਆ ਦੀ ਐਗਜ਼ਾਮਪਲ ਜੀ, ਬਲੈਕ ਲਾਈਵਜ਼ ਮੈਟਰ ਐਡਾ ਵੱਡੇ ਪ੍ਰੋਟੈਸਟ ਚੱਲੇ ਆ, ਅਮਰੀਕਾ ਨਾਲੋਂ ਵੱਡਾ ਕੋਈ ਦੇਸ਼ ਤੇ ਹੈ ਨਹੀਂ, ਪਾਵਰਫੁਲ ਵੀ ਹੈਗੇ ਆ, ਉਹਨਾਂ ਕੋਲ ਮਸ਼ੀਨਰੀ ਕੰਟਰੋਲ ਸਾਰਾ ਸਿਸਟਮ, ਸਰਵੇਲੈਂਸ ਜਿਹੜੀ ਆ ਬੜੀ ਜ਼ਬਰਦਸਤ ਸਰਵੇਲੈਂਸ ਹੈ, ਜਗ੍ਹਾ ਜਗ੍ਹਾ ਕੈਮਰੇ ਲੱਗੇ ਆ ਹਰ ਕਿਸਮ ਦਾ। ਉਹਦੇ ਬਾਵਜੂਦ ਵੀ ਉਹਨਾਂ ਨੇ ਜਿੱਥੇ ਆਏ ਮੁਜ਼ਾਹਰੇ ਕੀਤੇ। ਤੁਸੀਂ ਮਿਡਲ ਈਸਟ ਦੇ ਵਿੱਚ ਦੇਖ ਲਓ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਦੇਖ ਲਓ, ਜਿਹੜੇ ਆ ਸਭ ਜਗ੍ਹਾ ਮੁਜ਼ਾਹਰੇ ਆ ਜਿਹੜੇ ਹੁਣ ਪਿੱਛੇ ਜੇ ਹੋ ਰਹੇ। ਮੈਂ ਰੋਜ਼ ਸ਼ਾਮ ਨੂੰ ਜਦੋਂ ਟਾਈਮ ਲੱਗਦਾ ਦੇਖਦੇ ਆ ਲੋਕ, ਜਾਣੀ ਜਿਹੜੀ ਅਸੈਂਬਲੀ ਹੁੰਦੀ ਉਹਦੇ ਬਾਹਰ ਤੱਕ ਆ ਕੇ ਲੱਖਾਂ ਲੋਕ ਖੜੇ ਹੁੰਦੇ ਆ। ਕੈਨੇਡਾ 'ਚ ਦੇਖਦੇ ਆ ਲਾਈਨਾਂ ਬਣ ਕੇ ਖੜਦੇ ਜਿੱਥੇ ਮਰਜ਼ੀ ਖੜ। ਬਿਲਕੁਲ ਹਾਂ, ਤੁਸੀਂ ਮਤਲਬ ਵਾਇਲੈਂਸ ਨਹੀਂ ਹੋਣੀ ਚਾਹੀਦੀ, ਇਹ ਤਾਂ ਗੱਲ ਕਹਿ ਸਕਦੇ ਆ। ਪਰ ਤੁਸੀਂ ਹੁਣ ਕੋਰਟਾਂ ਇਹ ਦੱਸ ਲੱਗਣ ਵੀ ਕਦੋਂ ਮੁਜ਼ਾਹਰਾ ਕਰਨਾ, ਕਿੰਨੇ ਘੰਟੇ ਕਰਨਾ, ਕਿੱਥੇ ਕਰਨਾ, ਨਹੀਂ ਕਰਨਾ। ਫਿਰ ਕੱਲ੍ਹ ਨੂੰ ਇਹਦਾ ਅਗਲਾ ਸਟੈਪ ਦੀਪਕ ਇਹ ਹੋਊਗਾ ਤੁਸੀਂ ਉੱਥੇ ਬੋਲਣਾ ਕੀ ਹੈ, ਤੁਸੀਂ ਆਹ ਨਹੀਂ ਬੋਲ ਸਕਦੇ। ਫਿਰ ਇਹ ਵੀ ਹੁਕਮ ਆਏਗਾ, ਇਹ ਸਾਡੀ ਜ਼ੁਬਾਨ ਤੇ ਵੀ ਹੋਊ। ਜੇ ਸਾਡੀ ਚੋਇਸ ਤੇ ਜਗ੍ਹਾ ਦੀ ਚੋਇਸ ਤੇ ਪ੍ਰੋਟੈਸਟ ਕਿੰਨਾ ਥਾਂ ਰੋਕੀ ਆ, ਕੱਲ ਨੂੰ ਬੋਲ ਰੋਕਣਗੇ। ਪ੍ਰੋਟੈਸਟ ਕਿੰਨਾ ਕਰਨਾ, ਕਿਵੇਂ ਕਰਨਾ, ਜੇ ਉਹਦੇ ਤੇ ਕੁੰਡਾ ਇਹੋ ਜਿਹਾ ਕੋਰਟਾਂ ਲਾਉਣ ਲੱਗ ਪਈਆਂ, ਇਸ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਕਿਸਾਨ ਸਭਾਵਾਂ ਆ, ਜਿੰਨੀਆਂ BKU ਜਾਂ ਹੋਰ ਸਾਰੀਆਂ ਇੱਥੇ ਰਲ ਕੇ ਮਹਾਜ ਬਣਿਆ, ਮੈਂ ਅੱਜ ਉਹਨਾਂ ਨਾਲ ਵਾਰਤਾਲਾਪ ਕਰਕੇ ਉਹਨਾਂ ਨੂੰ ਸੁਜੈਸਟ ਕਰਨਾ ਕਿ ਤੁਸੀਂ ਤੁਰੰਤ ਇਹਦੇ ਵੱਲ ਵਿਰੁੱਧ ਰਿਜ਼ੋਲਵ ਪਾ ਕੇ, ਰੈਜ਼ੋਲੂਸ਼ਨ ਪਾ ਕੇ ਇੱਕ ਸੁਪਰੀਮ ਕੋਰਟ ਨੂੰ ਭੇਜੋ, ਇੱਕ ਮੋਦੀ ਗੌਰਮੈਂਟ ਨੂੰ ਭੇਜੋ, ਸੁਪਰੀਮ ਕੋਰਟ ਦੇ ਜਾਂ ਪ੍ਰੈਸ ਦੇ ਵਿੱਚ ਘੱਟੋ ਘੱਟ ਦਿਓ ਤਾਂ ਕਿ ਸੁਪਰੀਮ ਕੋਰਟ ਆਪੇ ਪੜ੍ਹ ਲੂਗੀ ਕਿ ਲੋਕਾਂ ਦਾ ਥੱਲੇ ਦੇ 'ਚ ਕੀ ਰਿਐਕਸ਼ਨ ਆ। ਪਰ ਇਹ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਘਿਨਾਉਣਾ ਕੋਈ ਫੈਸਲਾ ਸੁਪਰੀਮ ਕੋਰਟ ਵੱਲੋਂ। ਲੋਕ ਹਤੈਸ਼ੀ ਨਹੀਂ, ਲੋਕ ਵਿਰੋਧੀ, ਲੋਕ ਭਾਵਨਾ ਦੇ ਵਿਰੋਧੀ। ਆ ਤੁਸੀਂ ਦੇਖ ਲਓ ਚਾਰੇ ਪਾਸੇ ਅਸੀਂ ਚੰਡੀਗੜ੍ਹ 'ਚ ਬੈਠੇ ਹਾਂ, ਇਹ ਪਬਲਿਕ ਸਪੇਸ ਦੀ ਆਕੂਪੇਸ਼ਨ ਦੀ ਗੱਲ ਕਰਦੇ ਕਿ ਉੱਥੇ ਪਬਲਿਕ ਸਪੇਸ, ਪਬਲਿਕ ਤੰਗ ਹੁੰਦੀ, ਗੱਡੀ ਕੱਢਣੀ ਗਲੀਆਂ 'ਚੋਂ ਦੀ ਔਖੀ ਹੋ ਜਾਂਦੀ ਹੈ। ਮਿਡਲ ਕਲਾਸ ਆਪਣੀਆਂ ਕਿੰਨਾ ਜਗ੍ਹਾ ਪਬਲਿਕ ਦੀਆਂ ਸੜਕਾਂ ਜਿਹੜੀਆਂ ਆਪਣੀਆਂ ਗੱਡੀਆਂ ਨਾਲ ਘੇਰੀ ਖੜੀ ਆ, ਕਿਉਂ ਸੁਪਰੀਮ ਕੋਰਟ ਸੁੱਤੀ ਆ? ਕਦੇ ਤਾਂ ਸਾਰਿਆਂ ਨੂੰ ਕੋਈ ਗੱਡੀ ਸੜਕ ਤੇ ਨਹੀਂ, ਆਪਣੇ ਘਰ 'ਚ ਰੱਖੋ ਰੱਖਣੀਆਂ ਤੇ, ਜਾਂ ਆਪਣੀ ਛੱਤ ਤੇ ਲੈ ਜਾ ਕਰੋ ਲਿਫਟ ਲਾ ਕੇ। ਕਦੀ ਨਹੀਂ ਕਹਿੰਦੇ ਕਿਉਂਕਿ ਉਹਨਾਂ ਦੀ ਆਪਣੀਆਂ ਵੀ ਐਂ ਖੜਦੀਆਂ ਨਾ, ਕਿਉਂਕਿ ਆਪਣੀਆਂ ਵੀ ਇੰਜ ਖੜਦੀਆਂ, ਕਿਉਂਕਿ ਅਮੀਰ ਲੋਕਾਂ ਨੂੰ ਤਕਲੀਫ ਹੁੰਦੀ ਹੈ। ਜਦੋਂ ਕੋਈ ਗਰੀਬ ਕਿਸਾਨ ਮਜ਼ਦੂਰ ਪ੍ਰੋਟੈਸਟ ਕਰਦਾ, ਇਹਨਾਂ ਨੂੰ ਫਿਰ ਇਹਨਾਂ ਦੀ ਨੀਂਦ ਹਰਾਮ ਹੁੰਦੀ ਹੈ, ਉਸ ਤਕਲੀਫ 'ਚੋਂ ਕਹਿੰਦੇ ਅਸੀਂ ਨਹੀਂ ਤੁਹਾਨੂੰ ਕਰ ਦਿਆਂਗੇ। ਇਹ ਬਿਲਕੁਲ ਕਿਸੇ ਨੇ ਇਹ ਫੈਸਲਾ ਮੰਨਣਾ ਨਹੀਂ, ਲੇਕਿਨ ਸੁਪਰੀਮ ਕੋਰਟ ਨੇ ਜਿੰਨੀ ਬੇਇੱਜ਼ਤੀ ਆਪਣੀ ਇਸ ਫੈਸਲਾ ਕਰਕੇ ਕਰਵਾਈ ਆ ਔਰ ਜਿੰਨੀ ਬੇਉਮੀਦਗੀ ਲੋਕਾਂ ਦੇ ਵੱਲ ਹੋਈ ਹੈ, ਲੋਕਾਂ ਦੇ ਵਿੱਚ ਹੋਈ ਹੈ ਇਹੋ ਜਿਹੇ ਫੈਸਲਿਆਂ ਤੋਂ ਕਿ ਇਹ ਕੋਰਟਾਂ ਇਨਸਾਫ ਦੇਣਗੀਆਂ। ਪ੍ਰੋਫੈਸਰ ਸਾਹਿਬ ਤੁਸੀਂ ਗੱਲ ਕੀਤੀ ਕਿ ਮੈਂ ਕਿਸਾਨ ਜਥੇਬੰਦੀਆਂ ਨਾਲ ਅੱਜ ਸਲਾਹ ਕਰਾਂਗਾ। ਇਸ ਮਸਲੇ ਦਾ, ਇਸ ਫੈਸਲੇ ਦਾ ਅਸਰ ਲੰਮੇ ਸਮੇਂ ਤੱਕ ਰਹਿਣਾ ਜੇਕਰ ਇਹ ਲਾਗੂ ਹੋ ਗਿਆ, ਆਉਂਦੇ ਸਮੇਂ ਤੱਕ ਸਾਰੇ ਪ੍ਰਦਰਸ਼ਨ ਦਾ ਪੈਣਾ। ਪਰ ਮੌਜੂਦਾ ਦੌਰ ਦੇ ਵਿੱਚ ਤਾਜ਼ਾ ਜਿਹੜਾ ਮਸਲਾ ਚੱਲ ਰਿਹਾ ਉਹ ਕਿਸਾਨੀ ਵਾਲਾ ਚੱਲ ਰਿਹਾ, ਉਹ ਪ੍ਰਦਰਸ਼ਨ ਲਗਾਤਾਰ ਜਾਰੀ ਨੇ, ਉਹਨਾਂ ਦੇ ਉੱਤੇ ਸਿੱਧਾ ਅਸਰ ਕਿਵੇਂ ਦੇਖਦੇ ਹੋ? ਤੁਰੰਤ ਕੈਪਟਨ ਅਮਰਿੰਦਰ ਸਿੰਘ ਅੱਗੇ ਹੀ ਛਾਲਾ ਮਾਰਿਆ ਜਦੋਂ ਕੱਲ੍ਹ ਉਹਨਾਂ ਨੇ ਫੈਸਲਾ ਕੀਤਾ। ਬਿਲਕੁਲ ਕੱਲ੍ਹ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ, ਮੈਂ ਉਸ ਮੀਟਿੰਗ 'ਚ ਸੀ ਜਿੱਥੇ ਇਹਨੇ ਖੁਦ 2 ਵਾਰੀ ਕਹਿ ਕੇ ਦੇਖੋ ਜੀ ਮੈਂ ਜਲਦੀ ਅਸੈਂਬਲੀ ਸੈਸ਼ਨ ਸੱਦ ਰਿਹਾ। ਉਹ ਵਿੱਚ ਸੁਨੀਲ ਜਾਖੜ ਨੇ ਮਾੜਾ ਜਿਹਾ ਕਹਿਤਾ ਉੱਠ ਕੇ ਕਿ ਦੇਖੋ ਜੀ ਕੋਈ ਫਾਇਦਾ ਤਾਂ ਹੁੰਦਾ ਨਹੀਂ ਹੈ, ਉਹ ਤਾਂ ਫਿਰ ਗਵਰਨਰ ਕੋਈ ਦਸਖਤ ਨਹੀਂ ਕਰਦਾ।
ਕੁਝ ਕਿਸਾਨ ਲੀਡਰ ਉੱਠ ਕੇ ਪੈ ਗਏ ਕਿ ਆ ਦੇਖੋ ਜੀ ਤੁਹਾਡਾ ਪ੍ਰਧਾਨ ਬੈਠਾ ਤੇ ਹੁਣੇ ਹੀ ਕਹੀ ਜਾਂਦਾ ਇਹਦਾ ਕੋਈ ਫਾਇਦਾ ਨਹੀਂ, ਇਹਨੂੰ ਬੰਦ ਕਰੋ ਤੁਸੀਂ। ਉਹ ਕਹਿੰਦੇ ਜੀ ਤੁਹਾਨੂੰ ਮੈਂ ਕਹਿ ਰਿਹਾ। ਤੇ ਜਦ ਚੀਫ ਮਿਨਿਸਟਰ ਨੇ 31 ਆਰਗੇਨਾਈਜੇਸ਼ਨਾਂ ਦੇ ਲੀਡਰਾਂ ਨੂੰ ਬੈਠ ਕੇ, ਜਿਸ ਮੀਟਿੰਗ 'ਚ ਮੈਂ ਵੀ ਬੈਠਾ ਸੀ, ਦੀਪਕ ਇਸ ਫੈਸਲਾ ਕਰਤਾ ਕਿ ਮੈਂ ਛੇਤੀ ਤੋਂ ਛੇਤੀ ਕਰਾ ਰਿਹਾ। ਹੁਣ 8-10 ਦਿਨ ਹੋ ਗਏ, ਲੋਕ ਗੱਡੀਆਂ ਇੱਕ ਪਾਸੇ ਕਹਿੰਦੇ ਗੱਡੀਆਂ ਤੁਸੀਂ ਆਉਣ ਦਿਓ, ਤੁਹਾਡੀ ਖਾਦ ਨਹੀਂ ਆ ਰਹੀ, ਤੁਹਾਡਾ ਕੋਲਾ ਨਹੀਂ ਆ ਰਿਹਾ, ਫਲਾਨਾ ਨਹੀਂ ਹੋ ਰਿਹਾ, ਇੱਥੋਂ ਕਾਟਨ ਬਾਹਰ ਨਹੀਂ ਜਾ ਰਿਹਾ, ਇੱਥੋਂ ਗ੍ਰੇਨ ਬਾਹਰ ਨਹੀਂ ਜਾਣਗੇ, ਤੇ ਫਿਰ ਹਾਂ ਆ ਨਹੀਂ ਹੋ ਰਿਹਾ ਕਿ ਤੁਹਾਡੀ ਜਾਣੀ ਇੱਥੇ ਪੰਜਾਬ ਨੂੰ ਨੁਕਸਾਨ ਹੋ ਰਿਹਾ। ਦੂਜੇ ਪਾਸੇ ਜਿਹੜਾ ਇਹ ਉਹਨੇ ਵਾਅਦਾ ਕੀਤਾ ਸੀਗਾ ਕਿ ਜੋ ਕੰਮ ਮੇਰਾ ਹੈਗਾ ਮੈਂ ਕਰਦਾ, ਜਿਹੜਾ ਤੁਹਾਡਾ ਕੰਮ ਤੁਸੀਂ ਕਰੋ। ਉਹਨਾਂ ਨੂੰ ਮਤਲਬ ਇਹ ਸੀ ਕਿ ਤੁਸੀਂ ਆਪਣੀ ਜਿਹੜੀ ਰੇਲਾਂ ਰੋਕੀਆਂ ਰੋਕ ਰੱਖੋ। ਕੈਪਟਨ ਦਾ ਇਹੀ ਕਹਿਣਾ ਸੀ, ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਦਾ। ਤੇਰਾ ਕੰਮ ਤੇ ਇਹੀ ਹੈ ਭਾਈ ਕਿ ਤੂੰ ਅਸੈਂਬਲੀ ਛੇਤੀ ਤੋਂ ਛੇਤੀ ਸੱਦ, ਉਦੋਂ ਹੀ ਤੂੰ ਨੋਟੀਫਿਕੇਸ਼ਨ ਕਰ ਦਿੰਦਾ। ਤੂੰ ਜੇ ਕੋਈ ਨੋਟੀਫਿਕੇਸ਼ਨ ਤੇ ਮਿਨੀਮਮ 14-15 ਦਿਨ ਦੀ ਗੱਲ ਹੈ, ਉਦੋਂ ਕੀਤੀ ਹੁੰਦੀ, ਹੋਰ 2-4 ਦਿਨ 'ਚ ਹੋ ਜਾਂਦੀ। ਨਹੀਂ ਵੀ ਹੋਈ ਤੇ ਹੰਗਾਮੀ ਹਾਲਤ ਵਿੱਚ ਹਮੇਸ਼ਾ ਤੁਸੀਂ ਐਮਰਜੈਂਸੀ ਕਾਲ ਕਰ ਸਕਦੇ ਹੋ ਜਦ ਸਾਰੀਆਂ ਪਾਰਟੀਆਂ ਤਿਆਰ ਬੈਠੀਆਂ। ਨੀਅਤ ਨਹੀਂ ਹੈਗੀ, ਦਿੱਲੀ ਵੱਲ ਦੇਖ ਕੇ ਫੈਸਲੇ ਹੁੰਦੇ ਆ। ਔਰ ਉੱਥੇ ਵਿੱਚ ਹੀ ਮੀਟਿੰਗ ਦੇ ਵਿੱਚ ਜਿਹੜਾ ਸੁਨੀਲ ਜਾਖੜ ਦਾ ਬਿਆਨ ਸੀ, ਉੱਥੋਂ ਥੋੜਾ ਸ਼ੱਕ ਤੇ ਪੈਦਾ ਸੀ ਕਿ ਇਹਦੇ ਅੰਦਰੋਂ ਨਹੀਂ ਚਾਹੁੰਦੇ। ਅੱਜ ਜਦੋਂ ਉਹਨਾਂ ਨੇ ਕਿਹਾ ਕਿ ਚੰਗਾ ਜੇ ਤੁਸੀਂ ਇਹੋ ਜਿਹੇ ਕੰਨ ਜੇ ਬੰਦ ਕਰਕੇ ਥੱਲੇ ਨੂੰ ਮੂੰਹ ਕਰਕੇ ਬੈਠੇ ਰਹੋਗੇ ਤੇ ਅਸੀਂ ਫਿਰ ਤੁਹਾਨੂੰ ਵੀ ਨਹੀਂ ਛੱਡਾਂਗੇ। ਹਾਂ ਬਿਲਕੁਲ, ਤੁਹਾਡੇ ਜਿਹੜੇ ਬੀਜੇਪੀ ਵਾਂਗੂ ਘਰਾਓ ਕਰਾਂਗੇ, ਕਾਂਗਰਸ ਦੇ ਘਰਾਓ ਕਰਾਂਗੇ, ਚੀਫ ਮਿਨਿਸਟਰ ਦੇ ਘਰ ਦਾ ਘਰਾਓ ਕਰਾਂਗੇ। ਇਸ ਗੱਲ ਦਾ ਉਹਨਾਂ ਨੂੰ ਬੜਾ ਗੁੱਸਾ ਲੱਗਿਆ ਤੇ ਇੱਕਦਮ ਤੜਫੜ ਜਿਹਾ ਜਵਾਬ ਦਿੱਤਾ ਕਿ ਦੇਖੋ ਜੀ ਮੈਂ ਤੇ ਚਾਹੁੰਦਾ, ਮੈਂ ਕਿਸਾਨਾਂ ਦਾ ਭਲਾ ਕਰਨਾ ਚਾਹੁੰਦਾ, ਮੈਂ ਤੁਹਾਡੇ ਦਬਾਅ ਥੱਲੇ ਨਹੀਂ ਆਉਂਗਾ, ਮੈਂ ਕਿਸੇ ਦੇ ਦਬਾਅ ਥੱਲੇ ਕੁਝ ਨਹੀਂ ਕਰੂੰਗਾ। ਇਹਦਾ ਮਤਲਬ ਇਹ ਵੀ ਉਹਨੂੰ ਸੇਕ ਤੇ ਲੱਗਿਆ ਜਿਸ ਕਿਸਮ ਦਾ ਹੋਇਆ, ਪਰ ਇਸ ਗੱਲ ਦੀ ਉਹਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ। ਇਸੇ ਤਰ੍ਹਾਂ ਦਾ ਸੇਕ ਮੈਂ ਪੁੱਛ ਰਿਹਾ ਕਿ ਕੀ ਦਿੱਲੀ ਤੱਕ ਜਾਊਗਾ ਇਹ ਫੈਸਲੇ ਨਾਲ? ਕਿਉਂਕਿ ਤਾਜ਼ਾ ਸਾਰੇ ਪ੍ਰਦਰਸ਼ਨ, ਜੇ ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਵੀ ਰਹਿ ਜਾਵੇ, ਚਲੋ ਪੰਜਾਬ ਸਰਕਾਰ ਦਾ ਆਪਾਂ ਮੰਨ ਲਈਏ ਕਿ ਥੋੜ੍ਹਾ ਜਿਹਾ ਕਿਸਾਨ ਸਮਰਥਨ ਹੈ ਅਜੇ ਫਿਲਹਾਲ, ਕਿਉਂਕਿ ਮੋਦੀ ਤੋਂ ਉਲਟ ਸਰਕਾਰ ਹੈ। ਹਰਿਆਣਾ ਦੇ ਜਿਵੇਂ ਡਾਂਗ ਫਿਰਨ ਲੱਗੀ, ਸਿਰਸਾ 'ਚ ਆਪਾਂ ਦੇਖਿਆ ਕਿਸਾਨਾਂ ਜੋ ਹੋਇਆ, ਉਹਨਾਂ ਦੇ ਜਿਵੇਂ ਪਾਣੀ ਮਾਰੇ, ਉਹਨਾਂ ਦੇ ਜਿਵੇਂ ਅਥਰੂ ਗੈਸ ਦੇ ਗੋਲੇ ਛੱਡੇ। ਇਸੇ ਤਰ੍ਹਾਂ ਹੋਰ ਸੂਬਿਆਂ ਜਿੱਥੇ ਜਿੱਥੇ ਥੋੜ੍ਹਾ ਪ੍ਰਦਰਸ਼ਨ ਉੱਠ ਰਿਹਾ ਕਿਸਾਨਾਂ ਦਾ, ਉੱਥੇ ਉਹਨਾਂ ਨੂੰ ਦਬਾਉਣ ਦੀ ਇਹ ਸੁਪਰੀਮ ਕੋਰਟ ਦੇ ਹਵਾਲੇ ਨਾਲ ਸ਼ੁਰੂ ਹੋ ਜੂਗਾ। ਮੈਨੂੰ ਲੱਗਦਾ ਆ ਕਿ ਦੇਖੋ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਜਿਸ ਵੀ ਤਰੀਕੇ ਨਾਲ ਹੋਇਆ, ਆਪਾਂ ਜਾਣਦੇ ਹੀ ਹਾਂ ਕਿਵੇਂ ਹੋ ਰਹੇ ਆ ਫੈਸਲੇ, ਹੈ ਨਾ। ਬਿਲਕੁਲ ਆਪਣੇ ਬਾਅਦ 'ਚ ਤੋਹਫੇ ਕੀ ਮਿਲਦੇ ਆ ਫਿਰ ਇਹ ਵੀ ਜਾਣਦੇ। ਬਸ ਉਸ ਕਰਕੇ ਫੈਸਲਾ ਤੇ ਹੋਇਆ। ਇੰਝ ਹੀ ਲੱਗਦਾ ਯੂਨੀਅਨ ਗੌਰਮੈਂਟ ਇੰਨੀ ਪਰੇਸ਼ਾਨ ਹੋ ਗਈ ਆ ਪੰਜਾਬ ਤੋਂ, ਉਹਨਾਂ ਨੂੰ ਲੱਗਦਾ ਕਿ ਇਸ ਵੇਲੇ ਸਹੀ ਮਾਨਿਆਂ ਦੇ ਵਿੱਚ ਦੀਪਕ ਪੰਜਾਬ ਦੇ ਵਿੱਚ ਲੋਕ ਰਾਜ ਆ, ਕਾਂਗਰਸ ਰਾਜ ਨਹੀਂ ਹੈ। ਲੋਕ ਜੋ ਫੈਸਲਾ ਕਰਦੇ ਆ, ਸਰਕਾਰ ਨੂੰ ਵੀ, ਦਿੱਲੀ ਵਾਲੇ ਵੀ ਚੁੱਪ ਬੈਠੇ ਆ, ਪੰਜਾਬ ਦੀ ਸਰਕਾਰ ਨੂੰ ਪਿੱਛੇ ਲੱਗਣਾ ਪੈ ਰਿਹਾ, ਹੋਰ ਪਾਰਟੀਆਂ ਨੂੰ ਵੀ ਇਹਨਾਂ ਜਥੇਬੰਦੀਆਂ ਦੀ ਇਸ ਮੁਹਿੰਮ ਦੇ ਪਿੱਛੇ ਲੱਗਣਾ ਪੈ ਰਿਹਾ। ਉਹ ਉਹਨੂੰ ਡਿਕਟੇਟ ਨਹੀਂ ਕਰ ਪਾ ਰਹੇ, ਜਿੰਨਾ ਮਰਜ਼ੀ ਕਹੀ ਜਾਵੇ ਕੁਝ ਨਹੀਂ ਕਰ ਸਕਦੇ। ਇਸ ਲਈ ਉਹਨਾਂ ਨੇ ਇੱਥੋਂ ਸਬਕ ਸਿੱਖ ਕੇ ਇਹੋ ਜਿਹੇ ਫੈਸਲੇ ਕਰਾਏ ਆ ਕਿ ਬਾਕੀ ਇਹ ਗੱਲ ਇੰਨੀ ਵੱਡੇ ਪੱਧਰ ਤੇ ਨਾ ਫੈਲ ਜੇ। ਇਹਨਾਂ ਨੂੰ ਕੁੱਟ ਕਟਾਪਾ ਕਰਕੇ ਹੁਣੇ ਖੰਡੇਰ ਦਿਓ, ਇਹਨਾਂ ਨੂੰ ਤਿੱਤਰ ਬਿੱਤਰ ਕਰ ਦਿਓ। ਪ੍ਰੋਫੈਸਰ ਸਾਹਿਬ, ਤੁਸੀਂ ਗੱਲ ਕੀਤੀ ਕਿ ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਮਗਰ ਲੱਗਣਾ ਪੈ ਰਿਹਾ ਸਾਰੀਆਂ ਧਿਰਾਂ ਨੂੰ, ਰਾਜਨੀਤਿਕ ਧਿਰਾਂ ਨੂੰ, ਪਰ ਇਹਨਾਂ 'ਚੋਂ ਇੱਕ ਧਿਰ ਨਿਕਲ ਕੇ ਸਿੱਧੀ ਕੋਰਟ ਨੂੰ ਤੁਰ ਪਈ। ਉਹ ਸੁਪਰੀਮ ਕੋਰਟ ਤੱਕ ਲੈ ਗਈ ਇਹ ਮਾਮਲਾ, ਜਦੋਂ ਕਿ ਕਿਸਾਨਾਂ ਨੂੰ ਪਤਾ ਨਹੀਂ ਲੱਗਿਆ। ਉਹ ਵਿਚਾਰੇ ਹਲੇ ਆਪਣੇ ਪ੍ਰਦਰਸ਼ਨਾਂ ਸੀ, ਲੱਖੋਵਾਲ ਸਾਹਿਬ ਉੱਥੇ ਪਹੁੰਚ ਗਏ, ਹੁਣ ਉਹ ਵਾਪਸ ਵੀ ਮੁੜਨ ਨੂੰ ਫਿਰ ਰਹੇ ਨੇ। ਇਹਦੇ ਪਿੱਛੇ ਕਿਹੜੀ ਰਾਜਨੀਤੀ ਹੈ? ਉਹਨਾਂ ਦੇ ਖੰਭ ਵੀ ਤੇ ਖੋਹ ਤੇ ਇੱਕੋ ਹੀ ਐਵੇਂ ਮਾੜੀ ਜੀ ਟੁੱਟੀ ਜੀ ਚੋਰੀ ਜੇ ਉਡਾਰੀ ਮਾਰੀ ਸੀ ਰਾਤ ਨੂੰ, ਜਿਵੇਂ ਕਹਿੰਦੇ ਚੋਰੀ ਜੇ, ਉਹ ਇੱਕਦਮ ਅਖਬਾਰ 'ਚ ਆ ਗਈ, ਉਹ ਅਗਲੇ ਦਿਨ ਹੀ ਲਾਲਾ ਹੋ ਗਈ। ਉਸੇ ਵੇਲੇ ਜਿਹੜਾ ਉਹਨਾਂ ਦੀ ਧਿਰ, ਉਹਨਾਂ ਦੇ ਮਤਲਬ ਧਿਰ ਦਾ ਬੰਦਾ ਹੈਗਾ ਰਾਜੇਵਾਲ, ਉਹਨੇ ਦੇਤਾ ਵੀ ਇਹ ਕੀ ਕੀਤਾ, ਇਹਨੇ ਤੇ ਸਾਡੇ ਫੈਸਲਾ ਨਹੀਂ ਕੀਤਾ। ਉਹ ਜਾਣੀ ਜਿਹੜਾ ਬਿਲਕੁਲ ਗਵਾਂਢ 'ਚ ਰਹਿੰਦਾ ਰਾਜੇਵਾਲ ਲੱਖੋਵਾਲ ਦੇ, ਉਹਨੇ ਵੀ ਵਿਰੋਧਤਾ ਕਰਤੀ। ਉਹ ਕਹਿੰਦੇ ਇਹ ਆ ਕਿ ਉੱਥੋਂ ਵਾਪਸ ਲੈ ਲਈ ਉਹਨਾਂ ਨੇ ਰਿਟ ਪਟੀਸ਼ਨ, ਪਰ ਹੁਣ ਵਾਪਸ ਲੈਣ ਦਾ ਕੀ ਫਾਇਦਾ? ਇੱਕ ਵਾਰੀ ਜਦੋਂ ਤੁਸੀਂ ਗਏ, ਇੱਥੋਂ ਤੱਕ ਕਿ ਜਿਹੜਾ ਅਕਾਲੀ ਦਲ ਜਿਹੜਾ ਇੰਨਾ ਚਿਰ ਮੰਡੀ ਬੋਰਡ ਦਾ ਉਹਨਾਂ ਨੂੰ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੂੰ ਬਣਾ ਕੇ ਰੱਖਿਆ, ਉਹ ਵੀ ਉਹਨੇ ਕਹਿਤਾ ਵੀ ਆਹ ਕੀ ਕੀਤਾ ਤੁਸੀਂ ਤੇ ਬਹੁਤ ਹੀ ਮਾੜਾ ਕੰਮ ਕੀਤਾ। ਪਰ ਕੈਪਟਨ ਕਹਿੰਦਾ ਇਹਦੇ ਪਿੱਛੇ ਅਕਾਲੀ ਦਲ ਆ। ਨਹੀਂ, ਮੈਨੂੰ ਕੈਪਟਨ ਦਾ ਕੋਈ ਉਹਦਾ ਆਰਗੂਮੈਂਟ ਨਹੀਂ ਸਮਝ ਲੱਗੀ ਕਿ ਜੇ ਕੋਰਟ 'ਚ ਨਹੀਂ ਜਾਣਾ, ਜਿਹੜਾ ਜਾਂ ਤੇ ਕੈਪਟਨ ਖੁਦ ਚਾਹ ਰਿਹਾ ਕਿ ਕੋਰਟ 'ਚ ਜਾਣਾ ਚਾਹੀਦਾ, ਬਿਲਕੁਲ ਉਹ ਕਹਿ ਰਿਹਾ ਹੈ, ਕੈਪਟਨ ਦਾ ਕਹਿਣਾ ਇਹ ਹੈ ਕਿ ਕੋਰਟ 'ਚ ਜਾਣਾ ਚਾਹੀਦਾ ਸੀ, ਤੇ ਜੇ ਉਹ ਕੋਰਟ 'ਚ ਗਏ ਤਾਂ ਉਹਨੂੰ ਸਪੋਰਟ ਕਰਨਾ ਚਾਹੀਦਾ ਸੀ, ਕਿਉਂਕਿ ਉਹ ਖੁਦ ਵੀ ਕੋਰਟ 'ਚ ਜਾਣਾ ਚਾਹੁੰਦੇ ਤਾਂ ਕਿ ਇੱਥੇ ਦੀਆਂ ਜਿਹੜੀ ਮੂਵਮੈਂਟ ਇਹਦੀ ਹਵਾ ਕੱਢਤੀ ਜਾਏ, ਲੋਕ ਕੋਰਟਾਂ ਵੱਲ ਚੱਲਣ। ਉਹਨੂੰ ਕੈਪਟਨ ਨੂੰ ਵੀ ਕਹਿਣਾ ਸੌਖਾ ਹੋ ਜੂ। ਦੇਖੋ ਜੀ ਹੁਣ ਤਾਂ ਤੁਸੀਂ ਕੋਰਟ ਵਿੱਚ ਕੇਸ ਪਾਇਆ, ਮੈਨੂੰ ਤਾਂ ਇਹ ਲੱਗਦਾ ਕਿ ਭੇਜਿਆ ਹੀ ਕੈਪਟਨ ਨੇ ਹੋਊਗਾ, ਕਿਉਂਕਿ ਨਹੀਂ ਤੇ ਜੇ ਅਕਾਲੀ ਦਲ ਇਹ ਕਹਿ ਰਿਹਾ ਕਿ ਤੁਸੀਂ ਕਿਉਂ ਗਏ, ਉਹਦੀ ਵਿਰੋਧਤਾ ਕਰ ਰਿਹਾ, ਉਹ ਤੇ ਕਿਸਾਨਾਂ ਨਾਲ ਖੜਾ ਜੋ ਕਿਸਾਨ ਮੰਨੀਏ ਕਿ ਅਕਾਲੀ ਦਲ ਤੇ ਕਿਸੇ ਤੇ ਵਾਪਸ ਆਇਆ, ਕੈਪਟਨ ਦੇ ਕਹੇ ਤੇ ਗਿਆ ਤੇ ਅਕਾਲੀ ਦਲ ਦੇ ਕਹੇ ਤੇ ਵਾਪਸ ਮੁੜਿਆ। ਇਹ ਦਬਾਅ ਹੋ ਸਕਦਾ ਇਹ ਗੱਲ ਦਾ, ਪਰ ਉਹਨਾਂ ਨੂੰ ਇਹ ਵੀ ਲੱਗਾ ਕਿ ਬਾਕੀ ਦਿਆਂ ਨੇ ਜਿਸ ਕਿਸਮ ਦਾ ਸ਼ੋਰ ਪਾਤਾ ਹੈ ਨਾ,
ਉਹ ਤੇ ਇੱਕ ਉਹਨਾਂ ਲਈ ਬਰਦਾਸ਼ਤ ਨਹੀਂ ਹੋਇਆ। ਦੂਸਰਾ ਆਪਣੀ ਯੂਨੀਅਨ ਹੀ ਟੁੱਟ ਗਈ ਸਾਰੀ। ਕੱਲ ਸੰਗਰੂਰ ਚ ਅੱਜ ਬਰਨਾਲੇ ਦੇ ਵਿੱਚ ਧੜਾ ਧੜ ਸਾਰੇ ਬਾਹਰ ਨਿਕਲੇ, ਬਗਾਵਤ ਹੋ ਗਈ, ਉਹਦੇ ਅੰਦਰ ਬਗਾਵਤ ਹੋ ਗਈ। ਇਸ ਲਈ ਜਿਹੜਾ ਵੀ ਇਹਦੇ ਵਿਰੁੱਧ ਜਾਊਗਾ, ਭਾਵੇਂ ਉਹ ਸਰਕਾਰ ਹੋਵੇ, ਭਾਵੇਂ ਮਿਨਿਸਟਰ ਹੋਵੇ, ਭਾਵੇਂ ਕੋਈ ਪਾਰਟੀ ਹੋਵੇ, ਭਾਵੇਂ NGO ਹੋਵੇ, ਭਾਵੇਂ ਕਲਾਕਾਰ ਹੋਣ, ਜਿਹੜੇ ਵੀ ਕੋਈ ਅਲੱਗ ਜਾਣ ਦੀ ਕੋਸ਼ਿਸ਼ ਕਰਨਗੇ ਦੀਪ ਸਿੱਧੂ ਵਾਂਗੂ, ਉਹ ਵੀ ਇਸੇ ਇਹਨਾਂ ਦੇ ਜਾਨੀ ਟਾਰਗੇਟ ਤੇ ਆਉਣਗੇ। ਕਿਉਂਕਿ ਇਸ ਵੇਲੇ ਮੁਹਿੰਮ ਇੰਨੀ ਤਕੜੀ, ਆਪਣੀ ਉਹ ਫੋਰਸ ਬਣ ਚੁੱਕੀ ਆ, ਤਾਕਤ ਬਣ ਚੁੱਕੀ ਆ, ਉਹਦੇ ਤੋਂ ਬਾਹਰ ਜਾਊਗਾ ਤੇ ਕੋਈ ਵੀ ਬਚੂਗਾ ਨਹੀਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਇਸ ਕਿਸਾਨ ਮਸਲੇ ਨੂੰ ਸਮੇਟਦੇ ਹਾਂ ਆਪਾਂ। ਇਹ ਤੋਂ ਪਹਿਲਾਂ ਕਿ ਆਪਾਂ SGPC ਵਾਲੀ ਗੱਲ ਕਰੀਏ, ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਗੱਲ ਕੀਤੀ ਕਿ ਜਿਹੜੇ ਤੋਂ ਬਾਹਰ ਜਾਣਗੇ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਊਗਾ, ਪਰ ਜਿਹੜੇ ਕਲਾਕਾਰ ਕੱਲ ਨਾਲ ਆ ਗਏ ਉਹਨਾਂ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਉਹ ਵੀ ਵੱਖਰੇ ਵੱਖਰੇ ਥਾਵਾਂ ਤੇ ਆਪਣੇ ਪ੍ਰਦਰਸ਼ਨ ਕਰ ਰਹੇ ਸੀ, ਕੱਲ ਖਾਸੇ ਕਲਾਕਾਰ ਇਕੱਠੇ ਹੋਏ ਤੇ ਉਹ ਕਹਿੰਦੇ ਸੀ ਕਿਸਾਨਾਂ ਦੇ ਨਾਲ। ਮੈਨੂੰ ਲੱਗਦਾ ਕਿ ਥੋੜੀ ਬਹੁਤ ਉਹਨਾਂ ਨੇ ਕੋਸ਼ਿਸ਼ ਪਹਿਲਾਂ ਆਪਣੇ ਤੌਰ ਤੇ ਕੀਤੀ। ਦੇਖੋ, ਉਹ ਪੋਲੀਟੀਕਲੀ ਟ੍ਰੇਨਡ ਬੰਦੇ ਨਹੀਂ ਹੈ, ਉਹਨਾਂ ਨੂੰ ਇਹ ਤੇ ਲੱਗਦਾ ਹੀ ਆ ਕਿ ਸਾਨੂੰ ਵੀ ਜਿਹੜੀ ਪੰਜਾਬ ਦੀ ਜਿਹੜੀ ਪ੍ਰਭੂ ਸੱਤਾ, ਰਾਜ ਸੱਤਾ ਜਿਹੜੀ ਹੈਗੀ ਉਹਦੇ 'ਚ ਸਾਡੀ ਭਾਈਵਾਲੀ ਹੋਵੇ। ਕਿਉਂਕਿ ਬਹੁਤ ਸਾਰਿਆਂ ਨੇ ਲਈ ਵੀ ਆ, ਭਗਵੰਤ ਮਾਨ ਨੇ ਲਈ ਆ, ਉਹ ਕਈ ਕਲਾਕਾਰ ਆ ਜਿਹੜੇ ਸਦੀਕੀ ਮੁਹੰਮਦ ਸਦੀਕ ਹੋਰ ਹੰਸਰਾਜ, ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਹੰਸ ਹੈਗੇ ਆ, ਸਾਨੂੰ ਵੀ ਥੋੜਾ ਜਿਹਾ ਚੋਗਾ ਪੈਣਾ ਚਾਹੀਦਾ ਮੋਤੀਆਂ ਦਾ। ਤੇ ਉਹਨਾਂ ਨੇ ਕੋਸ਼ਿਸ਼ ਜੀ ਕੀਤੀ, ਫਿਰ ਉਹਨਾਂ ਨੂੰ ਪਤਾ ਲੱਗਾ ਵੀ ਨਹੀਂ ਇਹ ਕੰਮ ਸਾਡਾ ਚੱਲਣਾ ਨਹੀਂ। ਫਿਰ ਉਹਨਾਂ ਦਾ ਜਿਹੜਾ ਹੁਣ ਵਾਲਾ ਫੈਸਲਾ, ਪਿਛਲੇ ਮੈਂ ਲਗਾਤਾਰ ਹੀ ਦੇਖ ਰਿਹਾ, ਉਹ ਵੀ ਉਹਨਾਂ ਨੇ ਓਪਨਲੀ ਕੋਸ਼ਿਸ਼ ਨਹੀਂ ਕੀਤੀ। ਜਾਣੀ ਹੋ ਸਕਦਾ ਇੰਪਲੀਸਿਟ ਉਹਨਾਂ ਦਾ ਇਹ ਮਤਲਬ ਹੋਵੇ ਕਿ ਅਸੀਂ ਇੱਕ ਆਭਾਰ ਜਿਹਾ ਲਿਆ ਕੇ ਆਪਣੇ ਪਿੱਛੇ ਲੋਕਾਂ ਨੂੰ ਲਾ ਕੇ ਇੱਕ ਮੋਮੈਂਟਮ ਬਣਾਈਏ। ਉਹ ਉਂਝ ਹੁੰਦਾ ਨਹੀਂ, ਕਿਉਂਕਿ ਉਹ ਆਪ ਇਕੱਠੇ ਨਹੀਂ ਹੈਗੇ। ਉਹਨਾਂ ਦਾ ਆਪਸ ਵਿੱਚ ਕਿਸਾਨ ਯੂਨੀਅਨਾਂ ਵਾਂਗੂ ਕਾਫੀ ਅਲੱਗ-ਅਲੱਗ ਹਰ ਧੜਾ ਹੈਗਾ, ਆਪਣੇ ਆਪਣੇ ਮੱਠ ਹੈਗੇ ਆ, ਉਹ ਇਕੱਠਾ ਹੋਣਾ ਨਹੀਂ ਸੀਗਾ। ਇਸ ਲਈ ਜਿਹੜਾ ਕੱਲ ਉਹਨਾਂ ਨੇ ਨਾਲ ਆ ਕੇ ਉੱਥੇ ਕਿਸਾਨ ਭਵਨ ਦੇ ਵਿੱਚ ਫੈਸਲਾ ਦੀਪਕ ਜੀ ਕੀਤਾ, ਮੈਨੂੰ ਚੰਗਾ ਲੱਗਾ। ਉਹ ਪਹਿਲਾਂ ਵੀ ਕਰ ਰਿਹਾ, ਉਹ ਜਗ੍ਹਾ ਜਗ੍ਹਾ ਜਾ ਰਹੇ ਆ। ਤੇ ਜੀਦਾ ਵੀ ਉੱਥੇ ਕੱਲ ਗਿਆ, ਉੱਥੇ ਹੈ ਨਾ ਅੰਮ੍ਰਿਤਸਰ ਵੱਲ, ਉੱਥੇ ਬੋਲ ਕੇ ਆਇਆ, ਹੋਰ ਜਗ੍ਹਾ ਆਪਣੇ ਗਾਣੇ ਗੂਣੇ ਗਾ ਕੇ ਉਹ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਉਹ ਖੜੇ ਹੋਏ ਆ। ਮੈਨੂੰ ਲੱਗਦਾ ਕਿ ਇਹੀ ਇੱਕ ਰਾਹ ਬਚਿਆ ਔਰ ਇਹ ਬੜਾ ਵਾਈਜ਼ ਫੈਸਲਾ ਹੈ। ਇਸ ਸਮੇਂ ਇੱਕ ਇਹੀ ਰਾਹ ਬਚਿਆ ਕਿ ਪੰਜਾਬ ਦੀ ਸਾਰੀਆਂ ਧਿਰਾਂ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ, ਕਿਸਾਨ ਅੰਦੋਲਨ ਦੇ ਨਾਲ ਖਲੋਣ ਦਾ ਮੌਕਾ ਹੈ। ਤੇ ਚਾਹੇ ਕੇਂਦਰ ਦੇ ਫੈਸਲੇ ਹੋਣ, ਚਾਹੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਹੋਣ, ਲੱਗ ਰਿਹਾ ਕਿ ਜਿਵੇਂ ਅਦਾਲਤੀ ਫੈਸਲੇ ਵੀ ਹੁਣ ਅੰਦੋਲਨਾਂ ਨੂੰ ਢਾਹ ਲਾਉਣ ਵਾਲੇ ਹੋ ਗਏ ਨੇ। ਸੋ ਉਸ ਦੇ ਉੱਤੇ ਖੁੱਲ੍ਹ ਕੇ ਚਰਚਾ ਹੋਈ ਹੈ। ਪਰ ਇਸ ਦੌਰਾਨ SGPC ਚੋਣਾਂ ਦੀ ਚਰਚਾ ਛਿੜ ਗਈ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵੀ ਤਿਆਰ ਨੇ, ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਵੀ ਤਿਆਰੀ ਸ਼ੁਰੂ ਹੋ ਗਈ। ਸੋ ਉਸ ਨੂੰ ਲੈ ਕੇ ਕਿੱਥੇ ਖੜੀ ਹੈ ਰਾਜਨੀਤੀ, ਤੇ ਜਿਹੜਾ ਸਹਿਜਧਾਰੀ ਸਿੱਖ ਦਾ ਮਸਲਾ ਹੈ ਉਹ ਇੱਕ ਵਾਰ ਚੋਣਾਂ 'ਚ ਫਿਰ ਉੱਠੇਗਾ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਪਰ ਸਮਾਂ ਛੋਟੀ ਜਿਹੀ ਬ੍ਰੇਕ ਲਈ ਰੁਕਾਂਗੇ ਤੇ ਹੁਣੇ ਪਰਤੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਤੇ ਹੁਣ ਜਿਸ ਤਰ੍ਹਾਂ ਹੀ ਗੁਰਦੁਆਰਾ ਚੋਣ ਜਿਹੜੀ ਹੈਗੀ ਆ ਉਹਦੇ ਲਈ ਜਿਹੜੇ ਅਧਿਕਾਰੀ ਨਿਯੁਕਤ ਕੀਤੇ ਨੇ, ਉਹ ਤੋਂ ਬਾਅਦ ਪੰਜਾਬ ਦੀਆਂ ਖਾਸ ਕਰ ਅਕਾਲੀ ਦਲ ਨੂੰ ਲੱਗ ਗਿਆ ਕਿ ਚੋਣਾਂ ਹੋਣ ਜਾਣੀਆਂ, ਉਹਨੇ ਤਿਆਰੀ ਸ਼ੁਰੂ ਕਰਤੀ ਹੈ। ਢੀਂਡਸਾ ਦਲ ਆਪਣੇ ਵੱਲੋਂ ਤਿਆਰੀ ਕਰ ਰਿਹਾ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਵੀ ਸੋਚਦੀ ਹੈ, ਮਾਨ ਦਲ ਵੀ ਸੋਚਦਾ। ਪਰ ਲੋਕਾਂ 'ਚ ਸ਼ੰਕੇ ਇਹ ਵੀ ਨੇ ਕਿ ਕਿਤੇ ਇਹਨਾਂ ਚੋਣਾਂ ਦੇ ਰਾਹੀਂ ਇਸ ਵਾਰ ਸੰਘ ਆਪਣੇ ਬੰਦੇ ਸ਼੍ਰੋਮਣੀ ਕਮੇਟੀ 'ਚ ਵੜਨ ਦੀ ਕੋਸ਼ਿਸ਼ ਨਾ ਕਰੇ। ਕਹਿੰਦੇ ਕਿ ਦਿੱਲੀ ਜਾਂ ਆਪਾਂ ਇਹ ਕੀ ਕਿ RSS ਚਾਹੁੰਦੀ ਹੈ ਕਿ ਹਰ ਥਾਂ ਸਾਡੇ ਬੰਦੇ ਹੋਣ। ਉਹ ਕਹਿੰਦੇ ਸੱਤਾ 'ਚ ਵੀ ਆਪਣੇ ਬੰਦੇ, ਹੋਰ ਪਾਰਟੀਆਂ 'ਚ ਵੀ ਆਪਣੇ ਬੰਦੇ। ਤੇ ਹੁਣ ਇਹ ਵੀ ਲੋਕਾਂ ਨੂੰ ਸ਼ੰਕਾ ਹੈ ਕਿ ਜੇਕਰ ਇਹ ਚੋਣਾਂ ਹੋਣਗੀਆਂ ਇਸ ਵਾਰ ਕੇਂਦਰ ਦੇ ਵਿੱਚ ਭਾਜਪਾ ਹੈ ਤੇ ਉਹ ਆਪਣੇ ਬੰਦੇ ਵੀ ਇੱਥੇ ਉਤਾਰ ਸਕਦੀ ਹੈ ਪੈਰਾਸ਼ੂਟ ਰਾਹੀਂ ਜਾਂ ਕਿਸੇ ਸੰਗਠਨਾਂ ਰਾਹੀਂ। ਕੀ ਇਹ ਵੀ ਇੱਕ ਖਤਰਾ ਖੜਾ? ਦੇਖੋ, ਇਹ ਜਿਹੜੀਆਂ ਚੋਣਾਂ ਆ ਇਹ ਬੜੀਆਂ ਕਰੂਸ਼ੀਅਲ ਚੋਣਾਂ, ਬੜੀ ਦੇਰ ਦੀ ਇਸ ਪ੍ਰਤੀ ਕੋਸ਼ਿਸ਼ਾਂ ਹੋ ਰਹੀਆਂ ਸੀ। ਪਹਿਲਾਂ ਫੂਲਕਾ ਨੂੰ ਅੱਗੇ ਲਾ ਕੇ ਕੋਸ਼ਿਸ਼ ਕੀਤੀ ਸੀ BJP ਨੇ ਕਿ ਇਸ ਨੂੰ ਚਿਹਰਾ ਬਣਾ ਕੇ ਉਤਾਰਿਆ ਜਾਏ, ਫਿਰ ਉਸ ਨੂੰ ਛੇਤੀ ਸਮਝ ਪੈ ਗਈ, ਉਹ ਪਿਛਾਂ ਹਟ ਗਿਆ। ਫਿਰ ਢੀਂਡਸੇ ਨੂੰ ਲਿਆਂਦਾ, ਢੀਂਡਸੇ ਨੇ ਤੁਹਾਨੂੰ ਪਤਾ ਪਾਰਟੀ ਬਣਾਈ, ਫਿਰ ਕਹਿੰਦਾ ਮੈਂ ਤਾਂ ਪਾਰਟੀ ਦੇ ਵੈਸੇ ਹੀ ਬਣਾਈ ਆ, ਪਾਰਟੀ ਦਾ ਨਹੀਂ ਕੋਈ ਮਤਲਬ ਹੈਗਾ, ਮੈਂ ਅਸਲੀ ਆਇਆ ਵਾਂ ਜਿਹੜੇ ਸਿੱਖੀ ਦੀ ਸੇਵਾ ਕਰਨੀ। ਤੇ SGPC ਨੇ ਚੋਣਾਂ ਉਹਨਾਂ ਨੇ ਕਿਹਾ ਹੋਣਾ ਕਿ ਇੱਧਰ ਨੂੰ ਨਹੀਂ ਤੇਰਾ ਕੰਮ ਚੱਲਣਾ, ਦਿੱਲੀ ਵਾਲਿਆਂ ਨੇ, ਕਿ ਤੂੰ ਪਹਿਲਾਂ ਉੱਧਰ ਵੜ, ਜੇ ਉੱਧਰ ਮੋਰਚਾ ਮਾਰ ਲਿਆ ਫਿਰ ਇੱਧਰ ਵੀ ਸੌਖਾ ਹੋ ਜਾਊਗਾ। ਤੇ ਹੁਣ ਉਹ ਵੀ ਇਸ ਗੱਲ ਲਈ ਪੂਰਾ ਸਰਗਰਮ, ਢੀਂਡਸਾ ਸਾਹਿਬ ਵੀ ਸੁਖਦੇਵ ਸਿੰਘ ਢੀਂਡਸਾ ਹੋਏ ਆ। ਇਹ ਚਰਚਾ ਤਾਂ ਬੜੀ ਦੇਰ ਦੀ ਦੀਪ ਚੱਲ ਰਹੀ ਸੀ ਕਿ ਡਿਊ ਬੜੀ ਦੇਰ ਦਾ ਹੈਗਾ ਆ ਤੇ ਹੋਣੀ ਚਾਹੀਦੀ ਵੀ ਹੈ ਚੋਣ। ਔਰ ਇਸੇ ਕਰਕੇ ਅਕਾਲੀ ਦਲ ਨੇ ਵੀ ਇਹਦਾ ਸਵਾਗਤ ਹੀ ਕੀਤਾ। ਇਹ ਨਹੀਂ ਕਿਹਾ ਕਿ ਕੋਈ ਸਾਜ਼ਿਸ਼ ਹੈ, ਪਰ ਇਹ ਅਕਾਲੀ ਦਲ ਲਈ ਖਾਸ ਕਰਕੇ ਇਹ ਬੜੀ ਵੱਡੀ ਚੁਣੌਤੀ ਹੋਊਗੀ। ਜਿਸ ਢੰਗ ਦੇ ਨਾਲ ਉੱਥੇ ਬੇਅਦਬੀ ਦਾ ਮਾਮਲਾ ਵੀ ਚੱਲਿਆ, ਪਹਿਲਾਂ ਉਹ ਬਰਗਾੜੀ ਵਾਲਾ ਸੀ, ਹੁਣ 328 ਸਵਰੂਪਾਂ ਦਾ ਆ, ਉੱਥੇ ਮੋਰਚਾ ਲੱਗਾ ਰਿਹਾ ਕੁਝ ਸਿੱਖ ਸੰਸਥਾਵਾਂ ਦਾ। ਹਾਲਾਂਕਿ ਉਹਨਾਂ ਦਾ ਜਿਹੜੀਆਂ ਸਿੱਖ ਸੰਸਥਾਵਾਂ ਕੋਈ ਬਹੁਤ ਮਾਸ ਬੇਸ ਨਹੀਂ ਹੈਗਾ, ਪਰ ਫਿਰ ਵੀ
ਜੋ ਮਾਹੌਲ ਹੈ ਇਸ ਵੇਲੇ ਉਹ ਬੜਾ ਡਾਵਾਂਡੋਲਤਾ ਜਿਹਾ, ਈਜ਼ੀ ਕੇਕ ਵਾਕ ਨਹੀਂ ਹੈ ਜਿਵੇਂ ਅੱਗੇ ਹਮੇਸ਼ਾ ਇੰਨੀ ਦੇਰ ਦਾ ਅਕਾਲੀ ਦਲ ਕਬਜ਼ਾ ਕਰੀ ਇਸ ਵਾਰ ਉਹਨਾਂ ਆਸਾਨ ਨਹੀਂ। ਚੁਣੌਤੀਆਂ ਬਹੁਤ ਕਿਸਮ ਦੀਆਂ ਹੈਗੀਆਂ। ਇੱਕ ਤੇ ਆਪਣੇ ਬੰਦੇ ਕੁਝ ਬਾਹਰ ਨਿਕਲ ਕੇ ਆ ਗਏ, ਕੁਝ ਕਾਂਗਰਸ ਤੇ ਇੱਥੇ ਵਿਰੋਧੀ ਪਾਰਟੀ ਬੈਠੀ ਹੈ ਜਿਸ ਨੇ ਸਿੱਧਾ ਇਸ ਗੱਲ ਦਾ ਫਾਇਦਾ ਉਠਾਉਣਾ। ਤੀਜਾ ਇੱਕ ਜਿਹਨਾਂ ਦਾ ਦਿੱਲੀ ਵਾਲਾ ਭਾਈਵਾਲ ਜਿਹੜੇ ਲੋਕਲ ਵੀ ਬੀਜੇਪੀ ਬੈਠੀ ਉਹਨਾਂ ਦੇ, ਤੇ ਉਹਨਾਂ ਦੇ ਨਾਲ ਹੁਣੇ ਹਾਣੇ ਤੋੜ ਵਿਛੋੜਾ ਹੋਇਆ, ਤੇ ਫਿਰ ਡਿਫੈਂਡ ਕਰਨ ਵਾਲਾ ਤੇ ਇਕੱਲਾ ਅਕਾਲੀ ਦਲ ਆਪਣੇ ਆਪ ਨੂੰ ਹੀ ਆ। ਆਪ ਦੇ ਵੀ ਹਿੱਸੇ ਟੁੱਟੇ, ਕੁਝ ਬਾਹਰਲੀਆਂ ਤਾਕਤਾਂ ਵੀ ਜ਼ਿਆਦਾ ਵੱਡੇ ਪੱਧਰ ਤੇ ਹੋ ਗਈਆਂ। ਔਰ ਤੀਜਾ ਇਹਨਾਂ ਨੇ ਇੱਕ ਹੋਰ ਵੀ ਕੀਤਾ ਜਿਹੜਾ ਕਿ ਹੁਣ ਸਹਿਜਧਾਰੀ ਸਿੱਖ ਜਿਹੜੇ ਵੋਟਾਂ ਨਹੀਂ ਪਾਉਣਗੇ। ਮੈਨੂੰ ਇਹ ਵੀ ਇੱਕ ਅਜੀਬ ਜਿਹਾ ਫੈਸਲਾ ਲੱਗਦਾ ਵੀ ਸਿੱਖ ਦਾ ਮਤਲਬ ਕੀ ਹੈ, ਕਿ ਤੁਸੀਂ ਸਿੱਖ ਨਹੀਂ ਹੋ ਸਕਦੇ? ਹੈਗੇ ਆ ਬਹੁਤ ਸਾਰੇ ਸਿੱਖ ਇਹੋ ਜਿਹੇ ਹੈਗੇ ਆ ਜਿਹੜੇ ਜਿੰਨੇ ਅਬਰੋਡ ਰਹਿੰਦੇ ਆ ਬੰਦੇ, ਉਹ ਬਹੁਤੇ ਕਲੀਨ ਸ਼ੇਵਨ ਹੈਗੇ ਆ, ਪਰ ਉਹ ਗੁਰਦੁਆਰੇ ਦੇ ਵਿੱਚ ਜਿੰਨੀ ਉਹਨਾਂ ਦੀ ਆਸਥਾ ਹੈ, ਔਰ ਕਿਸੇ ਸਿੰਧੀਆਂ ਦੀ ਕਿੰਨੀ ਆਸਥਾ ਆ। ਸਿੰਧੀ ਸਾਡੇ ਜਿਹੜੇ ਭਾਈ ਹੈਗੇ ਆ, ਹੋਰ ਬਹੁਤ ਸਾਰੇ ਸਮੁਦਾਇ, ਕਿੰਨੇ ਮੁਸਲਮਾਨਾਂ ਦੀ ਗੁਰੂ ਨਾਨਕ ਦੇਵ ਜੀ ਵਿੱਚ ਕਿੰਨੀ ਆਸਥਾ ਹੈ। ਤੇ ਧਰਮ ਇਹੋ ਜਿਹਾ ਧਰਮ ਤੇ ਹੈ ਹੀ ਨਹੀਂ ਕਿ ਜਿਹਨੇ 5 ਕਕਾਰ ਨਹੀਂ ਉਹ ਸਿੱਖ ਨਹੀਂ। ਇਹ ਤੇ ਦਿਖਾਵੇ ਦਾ ਧਰਮ ਹੋ ਜੂ ਫਿਰ ਕੱਲਾ। ਇਹ ਵੀ ਜ਼ਰੂਰੀ ਹੈ, ਸਾਡੀ ਆਇਡੈਂਟੀਟੀ ਬਾਹਰੋਂ ਪਤਾ ਚੱਲਦਾ ਹੈ ਕਿ ਇਹ ਸਿੱਖ ਹੈਗਾ। ਇਹ ਮੈਂ ਨਹੀਂ ਕਹਿੰਦਾ, ਮੈਨੂੰ ਡਿਸਮਿਸਿਵ ਨਹੀਂ ਹੈ, ਪਰ ਸੋਲੀ ਜਿਹੜਾ ਸਿੱਖ ਹੈ ਉਹ ਇੱਕ ਕਰਮ ਦੇ ਨਾਲ ਵੀ ਜੁੜਿਆ, ਇੱਕ ਫਲਸਫੇ ਨਾਲ ਜੁੜਿਆ, ਇੱਕ ਪੂਰੇ ਕਿਰਦਾਰ ਨਾਲ ਜੁੜਿਆ। ਜੇ ਤੁਸੀਂ ਉਹ ਤੇ ਇਸੇ ਕਰਕੇ ਇਹ ਇੱਕ ਮਾਰਗ ਦਰਸ਼ਨ ਹੈਗਾ, ਇੱਕ ਪੰਥ, ਇੱਕ ਪਾਥ, ਇੱਕ ਰਸਤਾ। ਜੇ ਉਸ ਰਸਤੇ ਦੇ ਜਿਹੜੇ ਸੰਗੀ ਸਾਥੀ ਆ ਉਹ ਕਿਸੇ ਧਰਮ ਦੇ ਹੋ ਸਕਦੇ, ਕਿਸੇ ਜਾਤ ਦੇ ਹੋ ਸਕਦੇ, ਕਿਸੇ ਫਿਰਕੇ ਦੇ ਹੋ ਸਕਦੇ। ਜਦ ਕੁੱਲ ਮਿਲਾ ਕੇ ਹਾਲਾਤ ਇਹੋ ਜਿਹੀ ਹੈਗੀ ਹੈ ਤਾਂ ਫਿਰ ਤੁਸੀਂ ਕੁਝ ਲੋਕਾਂ ਨੂੰ ਇਹ ਕਿਵੇਂ ਕਹਿ ਸਕਦੇ ਆ ਕਿ ਨਹੀਂ ਜੀ ਉਹ ਤੇ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ? ਪਰ ਪ੍ਰੋਫੈਸਰ ਸਾਹਿਬ ਇਹ ਹੈ ਕਿ ਜੇ ਵੋਟਾਂ ਤੇ ਗੱਲ ਆ ਗਈ ਕਿ ਹਾਂ ਸਹਿਜਧਾਰੀ ਵੋਟ ਪਾ ਸਕਦੇ ਆ, ਕੱਲ ਨੂੰ ਕਹਿਣਗੇ ਅਸੀਂ ਉਹਦੇ ਵੀ ਲੈ ਸਕਦੇ ਆ, ਫਿਰ ਤਾਂ ਉੱਥੋਂ ਮਰਿਆਦਾ ਵਾਲਾ ਵੀ ਉਹ ਖਤਰਾ ਖੜਾ ਹੋ ਜਾਣਾ। ਕੱਲ ਨੂੰ ਫਿਰ ਇਹ ਵੀ ਜਾਣਗੇ ਚੋਣਾਂ ਵੀ ਅਸੀਂ ਲੜ ਲਈਏ। ਨਹੀਂ ਦੇਖੋ, ਪਹਿਲਾਂ ਵੀ ਤਾਂ ਇੰਝ ਸੀ, ਪਹਿਲਾਂ ਵੋਟਾਂ ਪਾ ਸਕਦੇ ਸੀਗੇ। ਉੱਥੇ ਡੈਫੀਨੇਸ਼ਨ ਜਿਹੜਾ ਐਸਜੀਪੀਸੀ ਦੇ ਐਕਟ ਵਿੱਚ, ਮੈਂ ਜਿਹੜਾ ਪੁਰਾਣਾ ਐਕਟ ਪੜ੍ਹਿਆ ਉਹ 'ਚ ਇਹ ਲਿਖਿਆ ਕਿ ਜਿਹਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਹੋਵੇ ਉਹ ਸਿੱਖ। ਆਸਥਾ ਸਾਡੀ ਹੈਗੀ ਸਾਰਿਆਂ ਦੀ। ਫਿਰ ਇਸੇ ਕਰਕੇ ਮੈਂ ਇਹ ਗੱਲ ਕਰਾਂਗਾ, ਤੁਸੀਂ ਗੱਲ ਫਿਰ ਉਹੀ ਮਹੰਤਾਂ ਵਾਲੀ ਗੱਲ ਹੈ ਨਾ, ਜਿਹੜੇ ਮਹੰਤਾਂ ਦੇ ਕਬਜ਼ੇ ਹੋ ਗਏ। ਨਹੀਂ, ਜਿਹੜੀ ਦੂਸਰੀ ਗੱਲ ਨਹੀਂ, ਇਹਦੀ ਦੂਸਰੀ ਗੱਲ ਇਹ ਹੈਗੀ ਹੈ, ਦੇਖੋ ਇਹ ਤਾਂ ਹੁਣ ਡੈਮੋਕ੍ਰੈਟਿਕ ਸਿਸਟਮ ਹੈ, ਜਾਂ ਤੇ ਤੁਸੀਂ ਫਿਰ ਸਿਲੈਕਸ਼ਨ ਸਿਸਟਮ ਲਾ ਲਓ। ਜੇ ਤੁਸੀਂ ਮੈਜੋਰਿਟੀ ਵਾਲਾ ਸਿਸਟਮ, ਵੋਟਿੰਗ ਸਿਸਟਮ ਲਾਉਣਾ ਜੋ ਐਕਟ ਦੇ ਤਹਿਤ ਹੋ ਰਿਹਾ, ਤੇ ਫਿਰ ਤੇ ਤੁਹਾਨੂੰ ਇਹ ਗੱਲਾਂ ਦਾ ਤੇ ਮੰਨਣਾ ਹੀ ਪਊਗਾ ਕਿ ਇਹ ਉਹ ਨਾ ਹੋ ਜੇ ਤੇ ਇੰਜ ਕਿਉਂ ਹੋ ਜੇ। ਫਿਰ ਇਹਦਾ ਮਤਲਬ ਸਾਡੇ 'ਚ ਕਿਤੇ ਕਮੀਆਂ, ਤੇ ਫਿਰ ਤੇ ਉਹਨਾਂ ਕੋਲ ਜਾਣਾ ਹੀ ਚਾਹੀਦਾ। ਜਿਨ੍ਹਾਂ ਕੋਲ ਨਹੀਂ ਜਾਣਾ ਚਾਹੀਦਾ ਫਿਰ ਉਹਨਾਂ ਕੋਲ ਹੀ ਜਾਊਗਾ। ਦੂਸਰੀ ਗੱਲ, ਅਬ ਤੁਸੀਂ ਹਮੇਸ਼ਾ ਇੱਕ ਗੱਲ ਦਾ ਕਰ ਸਕਦੇ ਆ ਕਿ ਜਿਹੜੇ ਬੰਦੇ ਕੈਂਡੀਡੇਟ ਖੜੇ ਹੋਣਗੇ ਉਹ ਪੂਰਨ ਗੁਰਸਿੱਖ ਲੱਗਣੇ ਚਾਹੀਦੇ ਆ, ਕਿਉਂਕਿ ਇਹ ਸਿੱਖ ਧਰਮ ਦੀ ਮਰਿਆਦਾ ਦਾ ਉਸ ਕਿਸਮ ਦਾ ਸਵਾਲ ਹੈਗਾ। ਬਾਕੀ ਹੁਣ ਇਹ ਜੇ ਟੈਕਨੀਕਲ ਇਹਦੇ 'ਚ ਫਲਾਇਆ ਤੇ ਤੁਸੀਂ ਸਿੱਖ ਐਕਟ ਨੂੰ ਬੜਾ ਪੁਰਾਣਾ ਹੋ ਗਿਆ, ਹੁਣ ਕਿੰਨੇ 100 ਸਾਲ ਪੁਰਾਣਾ ਜਾਣੀ ਹੋਣ ਵਾਲਾ ਹੋ ਗਿਆ, ਤੇ ਤੁਸੀਂ ਉਸ ਦੇ ਵਿੱਚ ਕੋਈ ਅਮੈਂਡਮੈਂਟ ਆਪਣੇ ਅੱਜ ਦੇ ਹਾਲਾਤਾਂ ਮੁਤਾਬਕ ਕਰੋ। ਉਦੋਂ ਸਿੱਖ ਇੱਥੇ ਸੀ, ਹੁਣ ਸਿੱਖ ਸਾਰੀ ਦੁਨੀਆ ਦੇ ਵਿੱਚ ਆ। ਉਹ ਸਿੱਖਾਂ ਦੀ ਆਵਾਜ਼ ਇਹਦੇ ਵਿੱਚ ਕਿਉਂ ਨਹੀਂ ਨੁਮਾਇੰਦਾ ਹੁੰਦੀ ਜਿਹੜੀ ਬਾਹਰ ਬੈਠੇ? ਤੇ ਮੇਰਾ ਮਤਲਬ ਇਹ ਕਹਿਣ ਦਾ ਕਿ ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਦੀ ਅਨਾਉਂਸਮੈਂਟ ਹੋਈ ਹੈ, ਇਹ ਅਕਾਲੀ ਦਲ ਨੂੰ ਇਸ ਗੱਲ ਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਸੀ, ਜਿਹੜਾ ਉਹਨਾਂ ਨੇ ਨਹੀਂ ਲਿਆ। ਉਲਟਾ ਉਹਨਾਂ ਨੂੰ ਇਹ ਲੱਗਾ ਕਿ ਆਪਾਂ ਉਨੀਆਂ ਕੁ ਬੰਦੇ ਦੀਆਂ ਥੋੜ੍ਹੀਆਂ ਵੋਟਾਂ ਕਰ ਲਓ, ਥੋੜ੍ਹੀਆਂ ਨੂੰ ਖਰੀਦਣਾ ਜਾਂ ਹੋਰ ਕਿਸਮ ਦਾ ਮੋਬਿਲਾਈਜ਼ ਕਰਨਾ ਸੌਖਾ ਹੋਊ ਤੇ ਛੇਤੀ ਨਾਲ ਪਾਵਰ 'ਚ ਆ ਜਾਵਾਂਗੇ। ਅੱਛਾ, ਜਿਹੜੀਆਂ ਹੁਣ ਇਹ ਚੋਣਾਂ, ਉਹ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋ ਜਾਣੀਆਂ, ਉਹ ਚੜ੍ਹਦੇ ਸਾਲੇ ਹੋ ਜਾਣੀਆਂ, ਜਨਵਰੀ ਜਾਂ ਫਰਵਰੀ 'ਚ ਆ ਜਾਣੀਆਂ। ਉੱਥੇ ਸੁਖਦੇਵ ਸਿੰਘ ਢੀਂਡਸਾ ਬਹੁਤ ਸਰਗਰਮ ਨੇ, ਉਹ ਸਰ ਨੇ ਜੀ ਕੇ ਉਹਨਾਂ ਨੂੰ ਧੜਿਆਂ ਨੂੰ ਮਿਲਾਉਣ, ਜਾਂ ਉਹਨੂੰ ਲੱਗਦਾ ਕਿ ਅਕਾਲੀ ਦਲ 'ਚ ਮੈਂ ਸਾਹ ਲਾ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਨਤੀਜਾ ਕੀ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਚੋਣਾਂ 'ਤੇ ਅਸਰ ਪਾਏਗਾ? ਦੇਖੋ, ਦਿੱਲੀ ਇੱਕ ਕੰਪੈਕਟ ਸਿਟੀ ਹੈਗਾ ਆ, ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਧਾ ਅਸਰ ਉੱਡਾ ਪੰਜਾਬ ਦੇ ਉੱਤੇ ਇਲੈਕਸ਼ਨ ਦੇ ਉੱਤੇ ਨਹੀਂ ਪੈ ਸਕਦਾ। ਥੋੜ੍ਹਾ ਬਹੁਤ ਪੈਂਦਾ ਹੈ, ਇਹ ਨਹੀਂ ਕਿ ਨਹੀਂ ਪਊਗਾ। ਇੱਥੇ ਦੇ ਜਿਹੜੇ ਵਿਰੋਧੀ ਧਿਰਾਂ ਉਹਨਾਂ ਨੂੰ ਬੂਸਟ ਮਿਲੂਗਾ, ਬਹੁਤ ਤਕੜਾ ਕਹਿਣ ਲਈ ਥਾਂ ਗੱਲ ਮਿਲ ਜਾਂਦੀ ਹੈ। ਬਿਲਕੁਲ ਮਿਲੀ ਹੈ ਕਿ ਹੁਣ ਉੱਥੇ ਉਲਟਾਤਾ, ਹੁਣ ਇੱਥੇ ਉਲਟਾਵਾਂਗੇ, ਇੱਕ ਮੋਰਲ ਬੂਸਟਿੰਗ ਮਿਲੂਗੀ। ਪਰ ਇੱਥੇ ਦੀ ਜਿਹੜੀ ਆ, ਜਿੰਨੀ ਕਿ ਸਾਡੀ ਕਾਂਸਟੀਚੁਐਂਸੀ ਲੰਬੀ ਚੌੜੀ ਹੈਗੀ ਹੈ, ਸਾਰਾ ਪੰਜਾਬ ਹੈਗਾ, ਜਗ੍ਹਾ ਜਗ੍ਹਾ 'ਤੇ ਲੋਕ ਬੈਠੇ ਹੋਏ ਆ, ਉਹਨਾਂ ਨੂੰ ਉਸ ਪੱਧਰ 'ਤੇ ਉਹਨਾਂ ਸੌਖਾ ਤਾਂ ਨਹੀਂ ਹੋਊਗਾ। ਪਰ ਹਾਂ, ਇਹ ਤੁਹਾਡੀ ਗੱਲ ਬਿਲਕੁਲ ਤੁਸੀਂ ਜਿਹੜਾ ਐਂਟੀਸਪੇਟ ਕਰ ਰਹੇ ਆ ਕਿ ਉਹਦੀਆਂ ਚੋਣਾਂ ਪਹਿਲਾਂ ਹੋ ਜਾਣੀਆਂ ਤੇ ਉਹਦਾ ਅਸਰ ਇੱਥੇ ਹੋਊਗਾ, ਥੋੜ੍ਹਾ ਬਹੁਤ ਅਸਰ ਤੇ ਜ਼ਰੂਰ ਦੀਪਕ ਹੋਊਗਾ। ਤੁਸੀਂ ਇਹ ਮੈਂ ਜਾਂਦੇ ਦੇਖੀ ਇੱਕ ਛੋਟੇ ਜਿਹੇ ਜਵਾਬ ਚਾਹੁੰਦਾ ਕਿ ਤੁਸੀਂ ਗੱਲ ਕੀਤੀ ਕਿ ਐਕਟੀ ਅਕਾਲੀ ਦਲ ਲਈ ਔਖਾ ਹੋ ਸਕਦਾ, ਚੁਣੌਤੀਆਂ ਵਧਣਗੀਆਂ ਪਹਿਲਾਂ ਦੇ ਮੁਕਾਬਲੇ। ਟੋੜਾ ਸਾਹਿਬ ਦੇ ਸਮੇਂ ਇੱਕ ਵਾਰ ਚੁਣੌਤੀ ਹੋਈ, ਜਦੋਂ ਟੋੜਾ ਸਾਹਿਬ ਬਾਹਰ ਆਏ ਸੀ, ਉਸ ਸਮੇਂ ਟੋੜਾ ਸਾਹਿਬ ਵੱਖਰੇ ਹੋ ਕੇ ਦਲ ਬਣਾ ਕੇ ਲੜੇ ਸੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ। ਕੈਪਟਨ ਉਸ ਸਮੇਂ ਪੂਰਾ ਪਿੱਠ 'ਤੇ ਸੀ ਟੋੜਾ ਸਾਹਿਬ ਦੇ ਮਗਰ। ਇਸ ਵਾਰ ਕੀ ਲੱਗਦਾ ਕਿ ਉਸ ਦੌਰ ਤੋਂ ਵੀ ਵੱਡੀਆਂ ਚੁਣੌਤੀਆਂ ਹੋਣਗੀਆਂ? ਇਸ ਦੌਰ ਉਹ ਜਿਹੜਾ ਜਦੋਂ ਟੋੜਾ ਸਾਹਿਬ ਦੇ ਵੇਲੇ ਸੀ, ਉਦੋਂ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਨਹੀਂ ਸੀ।
ਹੁਣ ਇੱਕ ਤੇ ਅਕਾਲੀ ਦਲ ਬਰੂਜ਼ਡ ਹੈ ਇਸ ਵੇਲੇ, ਪਹਿਲਾਂ ਹੀ ਬਹੁਤ ਹੈ ਨਾ ਕਮਜ਼ੋਰ। ਕਾਰਨਰਡ ਹੈਗਾ, ਕਿਉਂਕਿ ਉਹ ਬਰਗਾੜੀ ਵਾਲੇ ਤੋਂ ਤੀਜੇ ਨੰਬਰ ਤੇ ਪਾਰਟੀ ਬੈਠੀ ਹੋਈ ਆ। ਕਿੰਨੇ ਕੁ ਐਮਐਲਏ ਉਹਨਾਂ ਦੇ, 2 ਇਹਨਾਂ ਦੇ, ਉਹਨਾਂ ਦੇ ਬੀਜੇਪੀ ਦੇ ਕੁਝ ਵੀ ਨਹੀਂ ਹੈਗਾ। ਇਸ ਕਰਕੇ ਇੱਕ ਤੇ ਉਹ ਪੋਲੀਟੀਕਲੀ ਬਹੁਤ ਕਮਜ਼ੋਰ ਹੈ, ਉਹ ਕਦੀ ਪੋਲੀਟੀਕਲੀ ਕਮਜ਼ੋਰ ਇੰਨੇ ਨਹੀਂ ਸੀ। ਦੂਜਾ ਉਹਨਾਂ ਦੀ ਆਪਣੀ ਪਾਰਟੀ ਆ, ਢੀਂਡਸਾ ਉੱਧਰ ਚਲਾ ਗਿਆ, ਉਹ ਉੱਧਰ ਚਲਾ ਗਿਆ, ਰਣਜੀਤ ਸਿੰਘ ਬ੍ਰਹਮਪੁਰਾ ਉੱਧਰ ਚਲਾ ਗਿਆ। ਹਾਲਾਂਕਿ ਇਹ ਸਾਰੇ ਦਾ ਸਾਰਾ ਜਿਹੜਾ ਇਹਨਾਂ ਦਾ ਨੁਕਸਾਨ ਤੇ ਕਮਜ਼ੋਰ ਹੋਏ ਜਿਹੜੇ, ਇਹ ਹੋਏ ਕੁਝ ਤੇ ਰੋਂਗ ਟੈਕਟਿਕਸ ਰਾਜਨੀਤਿਕ ਲਾਉਣ ਕਰਕੇ, ਔਰ ਸਭ ਤੋਂ ਜ਼ਿਆਦਾ ਪੱਠਾ ਬਿਠਾਇਆ ਜਿਹੜਾ ਜਾ ਕੇ ਉਹਦੇ ਭਗਵੇਂ ਕਰਨ ਦੇ ਵਿੱਚ ਜਾ ਕੇ ਬਹਿ ਗਏ। ਉਹ ਹੌਲੀ ਇਹਨਾਂ ਨੂੰ ਖਾ ਗਈ, ਜਿਵੇਂ ਵੱਡੇ ਦਰਖਤ ਥੱਲੇ ਛੋਟਾ ਦਰਖਤ ਸੁੱਕ ਜਾਂਦਾ। ਇਹ ਹੁਣ ਬਾਹਰ ਆਏ ਆ, ਜਦ ਤੱਕ ਇਹਨਾਂ ਨੂੰ ਹੋਚ ਆਉਣੀ ਆ, ਜਦ ਤੱਕ ਕਿਤੇ ਨਾ ਕਿਤੇ ਇਹਨਾਂ ਲਈ ਕਾਫੀ ਐਤਕੀ ਚੁਣੌਤੀ ਵਾਲੀ ਗੱਲ ਹੋਊਗੀ। ਪਰ ਇੱਕੋ ਹੀ ਜਿਹੜੀ ਅਕਾਲੀ ਦਲ ਦੇ ਪ੍ਰਤੀ ਹੱਕ 'ਚ ਗੱਲ ਲੱਗਦੀ, ਕਿਉਂਕਿ ਬੜੀ ਦੇਰ ਦੀ ਇਹ ਕਬਜ਼ਾ ਕਰੀ ਬੈਠੇ ਆ, ਬਹੁਤ ਸਾਰੀਆਂ ਇਨਰੋਡ ਜੋ ਚੀਜ਼ਾਂ ਜੰਮੀਆਂ ਹੋਈਆਂ। ਹਾਂ, ਜੇ ਉਹਨਾਂ ਨੂੰ ਉਲਟਾਉਣਾ ਹੋਊਗਾ, ਤੋੜਨਾ ਹੋਊਗਾ, ਤੇ ਵਿਰੋਧੀ ਪਾਰਟੀਆਂ ਨੂੰ ਕਾਫੀ ਮਿਹਨਤ ਕਰਨੀ ਪਊ। ਵਿਰੋਧੀ ਪਾਰਟੀਆਂ ਨੂੰ ਕਾਫੀ ਮਿਹਨਤ ਕਰਨੀ ਪਊਗੀ, ਕਿਉਂਕਿ ਲੰਮੇ ਸਮੇਂ ਤੋਂ ਇਹਦੇ ਪਰ ਕਾਬਜ਼ ਨੇ, ਤੇ ਉਹਨਾਂ ਨੂੰ ਸਾਰੀਆਂ ਉਹ ਚੋਰ ਮੋਰੀਆਂ ਵੀ ਪਤਾ ਨੇ ਕਿ ਕਿੱਧਰੋਂ ਵੋਟ ਕਿੱਧਰੋਂ ਭੁਗਤਦੀ ਹੈ, ਕਿਵੇਂ ਭੁਗਤਦੀ ਆ, ਕਿਵੇਂ ਚੋਣਾਂ ਜਿੱਤੀਆਂ ਜਾਂਦੀਆਂ, ਉਹ ਸਾਰਾ ਕੁਝ ਜਾਣਦੇ ਨੇ। ਪਰ ਉਹ ਰਾਹ ਜਿਹੜੇ ਚੋਰ ਮੋਰੀਆਂ ਵਾਲੇ ਰਾਹ, ਪ੍ਰੋਫੈਸਰ ਮਨਜੀਤ ਸਿੰਘ ਹੋਰੀ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਪਤਾ, ਉਹ ਰਾਹ ਢੀਂਡਸਾ ਤੇ ਬ੍ਰਹਮਪੁਰਾ ਉਹਨਾਂ ਨੂੰ ਵੀ ਪਤਾ ਨੇ, ਸੇਖਵਾਂ ਵੀ ਜਾਣਦੇ ਨੇ ਉਹ ਰਾਹ। ਸੋ ਇਸ ਲਈ ਇੰਨਾ ਆਸਾਨ ਨਹੀਂ ਹੈ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਇੱਕ ਅਕਾਲੀ ਦਲ ਦੀ ਚੁਣੌਤੀ ਵੱਧ ਗਈ ਆ, ਪਰ ਸ਼੍ਰੋਮਣੀ ਕਮੇਟੀ ਚੋਣਾਂ ਜੇਕਰ ਆਉਂਦੇ ਸਮੇਂ 'ਚ ਹੁੰਦੀਆਂ ਨੇ ਤਾਂ ਉਹ ਅਗਲੀਆਂ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੀ ਪੰਜਾਬ ਦੇ ਵਿੱਚ ਇੱਕ ਅਸਰ ਪਾ ਸਕਦੀਆਂ। ਜਿਵੇਂ ਅਸੀਂ ਕਹਿ ਰਹੇ ਹਾਂ ਕਿ ਦਿੱਲੀ ਦੀਆਂ ਚੋਣਾਂ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪੰਜਾਬ ਤੇ ਸ਼੍ਰੋਮਣੀ ਕਮੇਟੀ ਚੋਣਾਂ 'ਤੇ ਅਸਰ ਪਾਉਣਗੀਆਂ, ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜੇ 2022 ਦੀਆਂ ਚੋਣਾਂ ਨੂੰ ਪ੍ਰਭਾਵਿਤ ਵੀ ਕਰਨਗੇ। ਸੋ ਸਾਡੀ ਇਹਨਾਂ ਸਾਰਿਆਂ ਮਸਲਿਆਂ 'ਤੇ ਨਜ਼ਰ ਬਣੀ ਰਹਿੰਦੀ ਆ। ਸਾਡੇ ਮਹਿਮਾਨ ਉਹਨਾਂ ਮਸਲਿਆਂ 'ਤੇ ਘੋਖ ਚਰਚਾ ਕਰਦੇ ਨੇ। ਅਸੀਂ ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।